ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਅਗਲਾ ਹਿੱਸਾ ਭਾਗ 2 ਕਿਰਸਾਣੀ ਵਿਦਰੋਹ ਕਾਂਡ 8 ਦਾ ਪਹਿਲਾ ਹਿੱਸਾ ਅਹਿਮਦ ਸ਼ਾਹ ਅਬਦਾਲੀ ਤੇ ਸਿੱਖ 1747-48 ਦਾ ਪਹਿਲਾ ਅਫਗਾਨ ਹਮਲਾ ਤੇ ਸਿੱਖ ਮਿਸਰਾਂ ਦਾ ਉਭਾਰ। ਅਹਿਮਦ ਸ਼ਾਹ ਅਬਦਾਲੀ ਜੋ ਅਫਗਾਨਿਸਤਾਨ ਦਾ ਨਵਾਂ ਹਾਕਮ ਬਣਿਆ, ਉਸ ਨੇ 1747 ਜੂਨ ਵਿੱਚ ਨਾਦਰ ਸ਼ਾਹ ਦਾ ਕਤਲ ਕੀਤੇ ਜਾਣ ਪਿੱਛੋਂ ਭਾਰਤ ਉੱਪਰ ਰਾਣੀ ਨਾਦਰ ਸ਼ਾਹ ਦਾ ਉੱਤਰਾਧਿਕਾਰੀ ਹੋਣ ਕਰਕੇ ਭਾਰਤ ਨੂੰ ਜਿੱਤਣ ਦੇ ਹੱਕ ਦਾ ਦਾਅਵਾ ਕੀਤਾ। ਸ਼ਾਹ ਨਵਾਜ਼ ਦੇ ਸੱਦੇ ਕਾਰਨ ਉਸ ਨੂੰ ਹੋਰ ਵੀ ਸਮਰਥਨ ਦਾ ਯਕੀਨ ਹੋ ਗਿਆ। ਦਸੰਬਰ 1747 ਵਿੱਚ 18,000 ਸੈਨਿਕਾਂ ਦੀ ਛੋਟੀ ਜਿਹੀ ਪਰ ਅਫਗਾਨਾਂ ਤੇ ਪਠਾਨ ਕਬਾਇਲੀਆਂ ਦੀ ਸ਼ਕਤੀਸ਼ਾਲੀ ਫੌਜ ਲੈ ਕੇ ਉਹ ਪਿਸ਼ਾਵਰ ਤੋਂ ਚੱਲ ਪਿਆ ਤੇ 20 ਦਿਨਾਂ ਵਿੱਚ ਲਾਹੌਰ ਦੇ ਬਾਰ-ਬਾਰ ਆ ਕੇ ਡੇਰਾ ਲਾ ਲਿਆ। ਇਸ ਦੌਰਾਨ ਸ਼ਾਹ ਨਵਾਜ਼ ਨੂੰ ਦੇਸ਼ ਧਰੋਹੀ ਹੋਣ ਕਾਰਨ ਸਭ ਨੇ ਝਾੜਾਂ ਪਾਈਆਂ ਤੇ ਉਸਨੇ ਆਪਣਾ ਇਰਾਦਾ ਬਦਲ ਲਿਆ। ਅਫਗਾਨਾਂ ਨੇ ਉਸ ਵੱਲੋਂ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੱਲ ਕੋਈ ਧਿਆਨ ਹੀ ਨਾ ਦਿੱਤਾ ਤੇ ਉਹ 12 ਜਨਵਰੀ 1748 ਨੂੰ ਲਾਹੌਰ ਵਿੱਚ ਦਾਖਲ ਹੋ ਗਿਆ। ਉਹਨਾਂ ਨੇ ਲਾਹੌਰ ਦੇ ਆਸ-ਪਾਸ ਦੇ ਉਪਨਗਰਾਂ ਨੂੰ ਲੁੱਟਿਆ ਤੇ ਬਾਕੀ ਸ਼ਹਿਰ ਨੂੰ ਨਾ ਲੁੱਟਣ ਬਦਲੇ ਭਾਰੀ ਨਜ਼ਰਾਨਾ ਵਸੂਲ ਕੀਤਾ। ਲਾਹੌਰ 1 ਮਹੀਨਾ ਰਹਿ ਕੇ ਅਬਦਾਲੀ ਨੇ ਦਿੱਲੀ ਵੱਲ ਕੂਚ ਸ਼ੁਰੂ ਕੀਤਾ। ਵਜ਼ੀਰ ਕੁਮਰਉਦੀਨ ਹਮਲਾਵਰਾਂ ਦਾ ਟਾਕਰਾ ਕਰਨ ਲਈ 60,000 ਤੋਂ ਵੱਧ ਫੌਜ ਲੈ ਕੇ ਆਇਆ। 11 ਮਾਰਚ 1748 ਨੂੰ ਦੋਹਾਂ ਫੌਜਾਂ ਦੀ ਸਰਹਿੰਦ ਨੇੜੇ ਮਨੂਪੁਰ ਨੇੜੇ ਟੱਕਰ ਹੋਈ। ਭਾਵੇਂ ਇਸ ਲੜਾਈ ਵਿੱਚ ਵਜ਼ੀਰ ਕੁਮਰਉਦੀਨ ਮਾਰਿਆ ਗਿਆ, ਪਰ ਉਸ ਦੇ ਲੜਕੇ ਮੀਰ ਮਨੂੰ ਨੇ, ਜਿਸ ਨੇ ਫੌਜ ਦੀ ਕਮਾਨ ਸੰਭਾਲੀ, ਅਫਗਾਨਾਂ ਨੂੰ ਪਿੱਛੇ ਮੁੜਨ ਤੇ ਮਜਬੂਰ ਕਰ ਦਿੱਤਾ। ਸਿੱਖਾਂ ਲਈ ਹੁਣ ਸੁਨਹਿਰੀ ਮੌਕਾ ਸੀ। ਸਿੱਖਾਂ ਦੇ 25 ਦਲ ਹੁਣ 60 ਤੋਂ ਵੀ ਵਧੇਕ ਦਲਾਂ ਵਿੱਚ ਵੰਡੇ ਗਏ ਤੇ ਉਹ ਵੱਖਰੇ ਵੱਖਰੇ ਹੋ ਕੇ ਮੁੜ ਰਹੀ ਅਫਗਾਨ ਸੈਨਾ ਨੂੰ ਸਿੰਧ ਤੱਕ ਤੰਗ ਪਰੇਸ਼ਾਨ ਕਰਦੇ ਰਹੇ ਤੇ ਉਹਨਾਂ ਦਾ ਬਹੁਤ ਸਾਰਾ ਮਾਲ, ਅਸਬਾਬ ਤੇ ਘੋੜੇ ਖੋਹ ਲਏ। ਇਸ ਸਮੇਂ ਹੀ ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲ ਅਫਗਾਨ ਝਗੜੇ ਸਦਕਾ ਕੇਂਦਰੀ ਪੰਜਾਬ ਵਿੱਚ ਪਏ ਖਲਾਅ ਕਾਰਨ ਲਾਭ ਉਠਾਇਆ। ਉਸਨੇ ਅਦੀਨਾ ਬੇਗ ਨੂੰ ਹੁਸ਼ਿਆਰਪੁਰ ਦੇ ਸਥਾਨ 'ਤੇ ਹਰਾਇਆ ਤੇ ਜੇਤੂ ਦੇ ਰੂਪ ਵਿੱਚ ਵਿਸਾਖੀ ਦਾ ਮੇਲਾ ਮਨਾਉਣ ਲਈ ਅੰਮ੍ਰਿਤਸਰ ਪਹੁੰਚ ਗਿਆ। ਸਰਬੱਤ ਖਾਲਸਾ ਦੇ ਸਮਾਗਮ ਵਿੱਚ ਸੁਤੰਤਰ ਜੱਥਿਆਂ ਨੂੰ ਦਲ ਖਾਲਸਾ ਦੀ ਸੈਨਾ ਵਿੱਚ ਮਿਲਾ ਲੈਣ ਦਾ ਮਤਾ ਪਾਸ ਕੀਤਾ ਗਿਆ। ਜੱਸਾ ਸਿੰਘ ਆਹਲੂਵਾਲੀਆ, ਜੋ ਹੌਲੀ-ਹੌਲੀ ਬੁੱਢੇ ਹੋ ਰਹੇ ਕਪੂਰ ਦੀ ਥਾਂ ਸਿੱਖਾਂ ਦੀ ਅਗਵਾਈ ਕਰਨ ਲੱਗ ਪਿਆ ਸੀ, ਉਸ ਨੂੰ ਸਾਰੇ ਹੀ ਪਾਤਸ਼ਾਹ ਕਹਿ ਕੇ ਬੁਲਾਉਣ ਲੱਗੇ। ਦਲ ਨੂੰ 11 ਮਿਸਲਾਂ ਵਿੱਚ ਵੰਡਿਆ ਗਿਆ। ਆਹਲੂਵਾਲੀਆ ਮਿਸਲ ਜੱਸਾ ਸਿੰਘ ਆਹਲੂਵਾਲੀਆ ਦੇ ਅਧੀਨ ਸੀ, ਜੋ ਸਾਰੀਆਂ ਮਿਸਲਾਂ ਦਾ ਮੁਖੀ ਜਥੇਦਾਰ ਵੀ ਸੀ। ਦੂਜਾ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਨਵਾਬ ਕਪੂਰ ਸਿੰਘ ਅਧੀਨ ਸੀ। ਤੀਜਾ ਸ਼ੁਕਰ ਚੱਕੀਆ ਮਿਸਲ ਦਾ ਮੁਖੀ ਨੌਜ ਸਿੰਘ ਸੀ, ਜੋ ਗੁਜਰਾਂਵਾਲਾ ਦੇ ਨੇੜੇ ਪਿੰਡ ਸ਼ਕਰ ਚੱਕ ਦਾ ਰਹਿਣ ਵਾਲਾ ਸੀ। ਨੌਜ ਸਿੰਘ ਚੜ੍ਹ ਸਿੰਘ ਸ਼ੁਕਰਚਰੀਏ ਦਾ ਪਿਤਾ ਸੀ, ਜਿਸ ਦਾ ਪੋਤਰਾ ਰਣਜੀਤ ਸਿੰਘ ਪੰਜਾਬ ਦਾ ਪਹਿਲਾ ਮਹਾਰਾਜਾ ਬਣਿਆ। ਚੌਥਾ ਨਿਸ਼ਾਨਵਾਲੀਆ ਦਸੌਂਦਾ ਸਿੰਘ ਅਧੀਨ ਸੀ। ਉਹ ਦਲ ਖਾਲਸਾ ਦਾ ਨਿਸ਼ਾਨ ਯਾਨੀ ਝੰਡਾ ਲੈ ਕੇ ਜੰਗ ਵਿੱਚ ਆਇਆ ਕਰਦਾ ਸੀ, ਉਸ ਨੂੰ ਨਿਸ਼ਾਨ ਵਾਲਾ ਕਿਹਾ ਜਾਂਦਾ ਸੀ। ਪੰਜਵਾਂ ਭੰਗੀ ਮਿਸਲ ਪੰਜਵਾੜੇ ਦੇ ਰਹਿਣ ਵਾਲੇ ਨੰਦ ਸਿੰਘ ਅਧੀਨ ਸੀ। ਉਸ ਮਿਸਲ ਦਾ ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਸ ਦਾ ਆਗੂ ਭੂਮਾ ਸਿੰਘ, ਜੋ ਹਰੀ ਸਿੰਘ ਦਾ ਪੂਰਵਜ ਸੀ, ਭੰਗ ਪੀਣ ਦਾ ਆਦੀ ਸੀ। ਛੇਵਾਂ ਕਨਈਆ ਮਿਸਲ ਕਾਨਾ ਪਿੰਡ ਦੇ ਰਹਿਣ ਵਾਲੇ ਜੈ ਸਿੰਘ ਅਧੀਨ ਸੀ। ਸੱਤਵਾਂ ਨਕਈ ਮਿਸਲ ਹੀਰਾ ਸਿੰਘ ਅਧੀਨ ਸੀ, ਜੋ ਲਾਹੌਰ ਨੇੜਲੇ ਇਲਾਕੇ, ਜਿਸ ਨੂੰ ਨਾਕਾ ਕਿਹਾ ਜਾਂਦਾ ਸੀ, ਵਿੱਚ ਪੈਂਦੇ ਪਿੰਡ ਬੈੜਵਾਲ ਦਾ ਵਸਨੀਕ ਸੀ। ਅੱਠਵਾਂ ਡੱਲੇਵਾਲੀਆ ਦਾ ਮਿਸਲ ਡੱਲੇਵਾਲ ਪਿੰਡ ਦੇ ਗੁਲਾਬ ਸਿੰਘ ਅਧੀਨ ਸੀ। ਨੌਵਾਂ ਸ਼ਹੀਦ ਮਿਸਲ ਦੀਪ ਸਿੰਘ ਅਧੀਨ ਸੀ। ਮਿਸਲ ਦਾ ਇਨਾਮ ਉਹਦੇ ਆਗੂ ਦੀ ਸ਼ਹਾਦਤ ਮਗਰੋਂ ਪਿਆ। 10ਵਾਂ ਕਰੋੜ ਵਾਲੀਆ ਮਿਸਲ ਪੰਜਵੜ ਪਿੰਡ ਦੇ ਰਹਿਣ ਵਾਲੇ ਕਰੋੜਾ ਸਿੰਘ ਅਧੀਨ ਸੀ ਅਤੇ 11 ਰਾਮਗੜੀਆ ਮਿਸਲ ਦਾ ਆਗੂ ਨੰਦ ਸਿੰਘ ਸੀ। ਆਲਾ ਸਿੰਘ ਪਟਿਆਲਾ ਦੇ ਅਧੀਨ ਫੁਲਕੀਆ 12ਵੀਂ ਮਿਸਲ ਸੀ, ਪਰ ਇਹ ਦਲ ਖਾਲਸਾ ਦਾ ਅੰਗ ਨਹੀਂ ਸੀ। ਇਹ ਕਈ ਵਾਰ ਆਪਣੇ ਫਿਰਕੇ ਦੇ ਹਿੱਤ ਦੇ ਉਲਟ ਵੀ ਕਾਰਜ ਕਰਦੀ ਸੀ। ਹਰ ਸਿੱਖ ਨੂੰ ਆਪਣੀ ਪਸੰਦ ਦੀ ਮਿਸਲ ਵਿੱਚ ਸ਼ਾਮਲ ਹੋਣ ਦੀ ਖੁੱਲ੍ਹ ਸੀ। ਮਿਸਲ ਆਪਣੀ ਇੱਛਾ ਅਨੁਸਾਰ ਆਪਣੇ ਅਧਿਕਾਰ ਖੇਤਰ ਵਿੱਚ ਕਾਰਜ ਕਰਨ ਲਈ ਸੁਤੰਤਰ ਸੀ। ਜਿਹੜੇ ਮਾਮਲਿਆਂ ਦਾ ਸਬੰਧ ਸਮੁੱਚੀ ਕੌਮ ਨਾਲ ਹੁੰਦਾ ਸੀ, ਉੱਥੇ ਹੀ ਉਹਨਾਂ ਲਈ ਦਲ ਖਾਲਸਾ ਦੇ ਸਰਵੋਤਮ ਨੇਤਾ ਜੱਸਾ ਸਿੰਘ ਆਹਲੂਵਾਲੀਆ ਦੇ ਹੁਕਮ ਅਨੁਸਾਰ ਕੰਮ ਕਰਨਾ ਜ਼ਰੂਰੀ ਹੁੰਦਾ ਸੀ। ਵੱਖ-ਵੱਖ ਮਿਸਲਾਂ ਦੀ ਤਾਕਤ ਵੱਖ-ਵੱਖ ਸਮੇਂ ਵੱਧਦੀ ਘਟਦੀ ਰਹਿੰਦੀ ਸੀ। ਇੱਕ ਅਨੁਮਾਨ ਅਨੁਸਾਰ ਦਲ ਖਾਲਸਾ ਜਿਤਨੀ ਫੌਜ ਇੱਕ ਸਮੇਂ ਰਨ ਖੇਤਰ ਵਿੱਚ ਤਿਆਰ ਕਰਕੇ ਲਿਆ ਸਕਦਾ ਸੀ, ਉਸ ਦੀ ਗਿਣਤੀ 70,000 ਘੋੜਸਵਾਰ ਤੇ ਪਿਆਦਾ ਸੀ। ਮਿਸਲਦਾਰੀ ਪ੍ਰਬੰਧ ਸਮੇਂ ਦੇ ਹਾਲਾਤ ਅਨੁਸਾਰ ਅਤਿਅੰਤ ਢੁਕਵਾਂ ਸੀ ਤੇ ਇਹ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਬੜੇ ਵਧੀਆ ਢੰਗ ਨਾਲ ਚੱਲਦਾ ਰਿਹਾ। ਇਸ ਵਿੱਚ ਕਾਰਜ ਕਰਨ ਦੀ ਖੁੱਲ੍ਹ ਵੀ ਸੀ ਤੇ ਸਾਂਝੀ ਅਗਵਾਈ ਦਾ ਅਨੁਸ਼ਾਸਨ ਵੀ ਸੀ। ਇਸ ਨੇ ਅਤਿਅੰਤ ਸੁਤੰਤਰਤਾ ਪ੍ਰੇਮੀ ਖਾਲਸੇ ਦੀ ਸ਼ਕਤੀ ਨੂੰ ਉਸ ਕਾਰਜ ਵੱਲ ਸਿੱਧਤ ਕੀਤਾ ਜਿਹੜਾ ਉਹਨਾਂ ਨੂੰ ਬਹੁਤ ਪਿਆਰਾ ਸੀ।
ਇਹਦਾ ਕਾਰਜ ਤੇ ਉਦੇਸ਼ ਮੁਲਕ ਵਿੱਚੋਂ ਵਿਦੇਸ਼ੀਆਂ ਨੂੰ ਬਾਹਰ ਕੱਢਣਾ ਤੇ ਖਾਲਸਾ ਰਾਜ ਕਾਇਮ ਕਰਨ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਨੂੰ ਪੂਰਾ ਕਰਨਾ ਸੀ। ਜਦੋਂ ਤੱਕ ਅਬਦਾਲੀ ਦਾ ਆਖਰੀ ਸਿਪਾਹੀ ਵੀ ਪੰਜਾਬ ਵਿੱਚੋਂ ਕੱਢ ਨਾ ਦਿੱਤਾ ਗਿਆ, ਉਸ ਸਮੇਂ ਮਿਸਲਾਂ ਚਨਾਬ ਅਤੇ ਰਾਵੀ ਤੇ ਬਿਆਸ ਤੇ ਸਤਲੁਜ ਦੇ 3 ਦੁਆਬਿਆਂ ਵਿੱਚ ਫੈਲ ਚੁੱਕੀਆਂ ਸਨ। ਉਹ ਅੰਮ੍ਰਿਤਸਰ ਸ਼ਹਿਰ ਵਿੱਚ ਪੱਕੀ ਤਰ੍ਹਾਂ ਸ਼ਹਿਰ ਦੀ ਸੁਰੱਖਿਆ ਲਈ ਰਾਮ ਰੌਣੀ ਦਾ ਕਿਲ੍ਹਾ ਬਣਾ ਕੇ ਮੋਰਚਾ ਬਣਾ ਕੇ ਡਟੇ ਬੈਠੇ ਸਨ। ਮੀਰ ਮਨੂੰ ਨੂੰ ਅਪ੍ਰੈਲ 1748 ਵਿੱਚ ਪੰਜਾਬ ਦੇ ਸੂਬੇਦਾਰ ਵਜੋਂ ਪੱਕੀ ਤਰ੍ਹਾਂ ਨਿਯੁਕਤ ਕਰ ਦਿੱਤਾ ਗਿਆ ਸੀ, ਪਰ ਸਾਰਾ ਸੂਬਾ ਅਜੇ ਵੀ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਉਹਦੇ ਅਧੀਨ ਨਹੀਂ ਸੀ। ਮੁਲਤਾਨ ਅਜੇ ਵੀ ਅਫਗਾਨਾਂ ਦੇ ਅਧੀਨ ਸੀ। ਸਿੱਖਾਂ ਦਾ 3 ਦੁਆਬਿਆਂ ਵਿੱਚ ਕਾਫੀ ਪ੍ਰਭਾਵ ਸੀ। ਜੰਮੂ ਦਾ ਰਾਜਾ ਮੁਗਲਾਂ ਦੀ ਗੁਲਾਮੀ ਦਾ ਜੂਲਾ ਉਤਾਰ ਚੁੱਕਾ ਸੀ ਤੇ ਸੁਤੰਤਰ ਡੋਗਰਾ ਪ੍ਰਾਂਤ ਦਾ ਐਲਾਨ ਕਰ ਚੁੱਕਾ ਸੀ। ਮਨੂੰ ਇਤਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਤਿੰਨਾਂ ਤਾਕਤਾਂ ਨਾਲ ਇੱਕੋ ਸਮੇਂ ਲੜ ਸਕੇ। ਉਸ ਦੀ ਸਭ ਤੋਂ ਵੱਡੀ ਔਕੜ ਦਿੱਲੀ ਵੱਲੋਂ ਸਮਰਥਨ ਨਾ ਮਿਲਣ ਦੀ ਘਾਟ ਸੀ। ਜਿੱਥੇ ਨਵਾਂ ਵਜ਼ੀਰ ਸਫਦਰ ਜੰਗ ਤੁਰਾਨੀ ਤੁਰਕਾਂ ਨੂੰ ਢਾਹ ਲਾਉਣ ਲਈ ਪੂਰੀ ਵਾਰ ਆ ਰਿਹਾ ਸੀ ਤੇ ਮੀਰ ਮਨੂੰ ਉਹਨਾਂ ਤੁਰਾਨੀ ਤੁਰਕਾਂ ਦਾ ਨੇਤਾ ਸੀ। ਮੀਰ ਮਨੂੰ ਨੇ ਅਦੀਨਾ ਬੇਗ ਨੂੰ ਆਦੇਸ਼ ਦਿੱਤਾ ਕਿ ਸਿੱਖ ਆਗੂਆਂ ਨੂੰ ਕੁਚਲ ਦੇਵੇ। ਕੌੜਾ ਮੱਲ ਨੇ ਤੁਰਾਨੀ ਸੈਨਾ ਤੇ ਸਿੱਖਾਂ ਦੇ ਪਹਾੜੇ ਦੇ ਸਿਪਾਹੀਆਂ ਦੀ ਸਹਾਇਤਾ ਨਾਲ ਅਫਗਾਨਾਂ ਨੂੰ ਮੁਲਤਾਨ 'ਚੋਂ ਕੱਢ ਦਿੱਤਾ। ਅਦੀਨਾ ਬੇਗ ਜੱਸਾ ਸਿੰਘ ਰਾਮਗੜੀਆ ਨੂੰ ਆਪਣੇ ਨਾਲ ਲਾ ਕੇ ਅੰਮ੍ਰਿਤਸਰ ਵੱਲ ਵਧਿਆ, ਜਿੱਥੇ ਸਿੱਖ ਦੀਵਾਲੀ ਮਨਾਉਣ ਲਈ ਇਕੱਤਰ ਹੋਏ ਸਨ। ਮੀਰ ਮਨੂੰ ਤੇ ਕੌੜਾ ਮੱਲ ਲਾਹੌਰ ਤੋਂ ਆ ਗਏ ਤੇ ਅਦੀਨਾ ਬੇਗ ਦੇ ਨਾਲ ਰਾਮ ਰੌਣੀ ਨੂੰ ਘੇਰਾ ਪਾ ਕੇ ਸਿੱਖਾਂ ਵਿਰੁੱਧ ਡਟ ਗਏ। 2 ਮਹੀਨਿਆਂ ਦੀ ਬੇਢੰਗੀ ਲੜਾਈ ਪਿੱਛੋਂ ਮੀਰ ਮਨੂੰ ਨੇ ਸਿੱਖਾਂ ਨੂੰ ਘੇਰਾ ਉਠਾਉਣ ਦੀ ਤੇ ਜਗੀਰ ਦੇਣ ਦੀ ਪੇਸ਼ਕਸ਼ ਕੀਤੀ ਜੇ ਉਹ ਅਮਨ ਸ਼ਾਂਤੀ ਨਾਲ ਰਹਿਣਾ ਮਨਜ਼ੂਰ ਕਰ ਲੈਣ। ਜੱਸਾ ਸਿੰਘ ਆਹਲੂਵਾਲੀਆ ਨੇ ਪੱਟੀ ਦੇ ਪਰਗਣੇ ਦੇ ਮਾਮਲੇ ਦਾ ਚੌਥਾ ਹਿੱਸਾ ਲੈਣਾ ਕਰਕੇ ਪੇਸ਼ਕਸ਼ ਪ੍ਰਵਾਨ ਕਰ ਲਈ। ਮੀਰ ਮਨੂੰ ਦੇ ਸਿੱਖਾਂ ਨੂੰ ਮਨਾਉਣ ਦਾ ਅਸਲੀ ਕਾਰਨ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਉੱਪਰ ਹਮਲਾ ਕਰਨ ਲਈ ਫੌਜ ਦੀ ਚੜ੍ਹਾਈ ਤੇ ਤਿਆਰੀ ਦੀ ਖਬਰ ਸੀ। ਅਫਗਾਨਾਂ ਦਾ ਦੂਸਰਾ ਹਮਲਾ 1748 ਤੋਂ 1749। ਸਿੱਖਾਂ ਦਾ ਕੌੜਾ ਮੱਲ ਨਾਲ ਸਹਿਯੋਗ। ਦਸੰਬਰ 1748 ਵਿੱਚ ਅਬਦਾਲੀ ਨੇ ਪੇਸ਼ਾਵਰ ਤੋਂ ਪੰਜਾਬ ਵੱਲ ਕੂਚ ਕਰ ਦਿੱਤਾ। ਮਨੂੰ ਨੇ ਦਿੱਲੀ ਨੂੰ ਸਹਾਇਤਾ ਦੇਣ ਲਈ ਉਤੇਜਨਾ ਭਰਪੂਰ ਬੇਨਤੀਆਂ ਕੀਤੀਆਂ, ਪਰੰਤੂ ਵਜ਼ੀਰ ਸਫਦਰ ਜੰਗ ਜੋ ਅਫਗਾਨਾਂ ਦਾ ਵਿਰੋਧ ਕਰਨ ਦੀ ਥਾਂ ਮੀਰ ਮਨੂੰ ਨੂੰ ਪਦਵੀ ਤੋਂ ਵੰਚਿਤ ਕਰਨ ਲਈ ਵਧੇਰੇ ਉਤਾਵਲਾ ਸੀ, ਉਸ ਨੂੰ ਸਹਾਇਤਾ ਦੇਣ ਵਿੱਚ ਟਾਲ ਮਟੋਲ ਕਰਦਾ ਰਿਹਾ ਤੇ ਆਖਰ ਮਨੂੰ ਜਿਤਨੀ ਕੁ ਫੌਜ ਇਕੱਠੀ ਕਰ ਸਕਿਆ ਉਸ ਨਾਲ ਹੀ ਉਸਨੇ ਅਫਗਾਨਾਂ ਦਾ ਮੁਕਾਬਲਾ ਕੀਤਾ। ਮਨੂੰ ਨੇ ਅਫਗਾਨ ਫੌਜ ਨੂੰ ਵਜ਼ੀਰਾਬਾਦ ਦੇ 4 ਮੀਲ ਪੂਰਬ ਵਿੱਚ ਚਨਾਬ ਦੇ ਕਿਨਾਰੇ 'ਤੇ ਰੋਕ ਲਿਆ। ਅਬਦਾਲੀ ਵੀ ਉਸ ਆਦਮੀ ਨਾਲ ਟੱਕਰ ਲੈਣ ਤੋਂ ਝਿਜਕ ਰਿਹਾ ਸੀ ਜਿਸ ਨੇ 9 ਮਹੀਨੇ ਪਹਿਲਾਂ ਉਸ ਨੂੰ ਹਰਾਇਆ ਸੀ। ਫਿਰ ਉਸ ਨੂੰ ਇਹ ਅਹਿਸਾਸ ਹੋਇਆ ਕਿ ਜੇ ਉਸ ਨੇ ਸਰਦੀਆਂ ਲੰਘਾ ਲਈਆਂ ਤਾਂ ਗਰਮੀਆਂ ਵਿੱਚ ਉਹਦੀ ਪਹਾੜੀ ਖੇਤਰ ਤੋਂ ਆਈ ਸੈਨਾ ਲਈ ਹੋਰ ਵੀ ਔਕੜਾਂ ਪੈਦਾ ਹੋਣਗੀਆਂ। ਉਸ ਨੇ ਕਾਫੀ ਵੱਡੀ ਸੈਨਾ ਤਾਂ ਮਨੂੰ ਦਾ ਟਾਕਰਾ ਕਰਨ ਲਈ ਆਪਣੇ ਕੋਲ ਰੱਖੀ, ਪਰ ਇੱਕ ਦਸਤਾ ਜਹਾਨ ਖਾਨ ਦੇ ਅਧੀਨ ਮੀਰ ਮਨੂੰ ਦੀ ਫੌਜ ਵਾਲਾ ਪਾਸਾ ਛੱਡ ਕੇ ਲਾਹੌਰ ਵੱਲ ਲੰਘ ਗਿਆ। ਸਿੱਖਾਂ ਨੂੰ ਵੀ ਪਤਾ ਲੱਗ ਗਿਆ ਕਿ ਜਦੋਂ ਮੀਰ ਮਨੂੰ ਚਨਾਬ ਕਿਨਾਰੇ ਅਬਦਾਲੀ ਦਾ ਟਾਕਰਾ ਕਰ ਰਿਹਾ ਹੈ ਤੇ ਉਹ ਲਾਹੌਰ ਵਿੱਚ ਉਹਦਾ ਨਾਇਬ ਜਹਾਨ ਖਾਨ ਨੂੰ ਰੋਕਣ ਲਈ ਲਾਹੌਰ ਸ਼ਹਿਰ ਨੂੰ ਅਸੁਰੱਖਿਅਤ ਛੱਡ ਗਿਆ। ਉਹ ਲਾਹੌਰ ਤੇ ਆ ਝਪਟੇ ਤੇ ਨਵਾਬ ਕਪੂਰ ਸਿੰਘ ਨੂੰ ਲਾਹੌਰ ਆਪਣੇ ਰਹਿਮ ਤੇ ਵੇਖ ਕੇ ਬੜਾ ਆਨੰਦ ਆਇਆ। ਜਦੋਂ ਉਸ ਨੂੰ ਸੂਬੇਦਾਰ ਦੇ ਆਉਣ ਦੀ ਖਬਰ ਮਿਲੀ ਤਾਂ ਉਸਨੇ ਸ਼ਹਿਰ ਖਾਲੀ ਕਰ ਦਿੱਤਾ। ਚਨਾਬ ਉੱਪਰ ਗਤੀਰੋਧ ਦੋਹਾਂ ਧਿਰਾਂ ਦੇ ਸਮਝੌਤਾ ਕਰਨ ਲਈ ਰਜ਼ਾਮੰਦੀ ਕਾਰਨ ਹੱਲ ਹੋ ਗਿਆ। ਜਹਾਨ ਖਾਨ ਲਾਹੌਰ ਵਿੱਚ ਅਸਫਲ ਰਿਹਾ ਤੇ ਅਫਗਾਨ ਜੋ ਕੁਝ ਵੀ ਉਹਨਾਂ ਦੇ ਹੱਥ ਲੱਗਦਾ ਲੈ ਕੇ ਘਰ ਮੁੜਨਾ ਚਾਹੁੰਦੇ ਸਨ। ਮੀਰ ਮਨੂੰ ਨੂੰ ਵੀ ਦਿੱਲੀ ਤੋਂ ਕੋਈ ਸਹਾਇਤਾ ਨਹੀਂ ਮਿਲੀ ਤੇ ਉਸਨੇ ਅਬਦਾਲੀ ਨਾਲ ਦੋਸਤੀ ਤੇ ਸਮਝੌਤੇ ਦੀ ਗੱਲ ਕੰਨਾਂ ਵਿੱਚ ਪਾ ਦਿੱਤੀ ਤੇ ਉਸ ਅੱਗ ਨੂੰ ਬੁਝਾਉਣ ਦੀ ਗੱਲ ਕਹੀ ਜੋ ਅਜੇ ਭਾਂਬੜ ਨਹੀਂ ਬਣੀ ਸੀ। ਸਿੰਧ ਤੋਂ ਪੱਛਮ ਵੱਲ ਦਾ ਸਾਰਾ ਇਲਾਕਾ ਅਫਗਾਨਾਂ ਨੂੰ ਦੇ ਦਿੱਤਾ ਗਿਆ ਤੇ ਜੋ ਪਹਿਲਾਂ ਨਾਦਰ ਸ਼ਾਹ ਦੇ ਹਵਾਲੇ ਸੀ, ਤੇ ਪੰਜਾਬ ਦੇ ਸਿਆਲਕੋਟ, ਔਰੰਗਾਬਾਦ, ਗੁਜਰਾਤ ਤੇ ਅਸਰੂਰ ਦੇ 4 ਪਰਗਣਿਆਂ ਜ਼ਿਲ੍ਹਿਆਂ ਜਾਣੀ ਗੁਜਰਾਤ ਦੇ ਮਸਰੂਰ ਤੇ 4 ਪਰਗਣਿਆਂ ਜਾਣੀ ਜ਼ਿਲ੍ਹਿਆਂ ਦਾ ਮਾਮਲਾ ਜੋ ਸਾਲਾਨਾ 14 ਲੱਖ ਬਣਦਾ ਸੀ ਦੇਣ ਦਾ ਭਰੋਸਾ ਦਿੱਤਾ ਗਿਆ। ਮੁਕਤੀ ਗੱਲ ਮੀਰ ਮਨੂੰ ਅਫਗਾਨ ਬਾਦਸ਼ਾਹ ਤੇ ਮੁਗਲ ਸਮਰਾਟ ਦੋਹਾਂ ਦਾ ਹੀ ਜਗੀਰਦਾਰ ਬਣ ਗਿਆ। ਮੀਰ ਮਨੂੰ ਲਾਹੌਰ ਵਾਪਸ ਆ ਗਿਆ ਤੇ ਉਸਨੇ ਪੱਕਾ ਇਰਾਦਾ ਕਰ ਲਿਆ ਕਿ ਉਸਦੀ ਗੈਰ ਹਾਜ਼ਰੀ ਵਿੱਚ ਲਾਹੌਰ ਤੇ ਹਮਲਾ ਕਰਨ ਦੀ ਨਿਡਰਤਾ ਕਾਰਨ ਉਹ ਸਿੱਖਾਂ ਨੂੰ ਸਬਕ ਸਿਖਾਵੇਗਾ। ਉਹਨਾਂ ਦੀ ਜਗੀਰ ਜ਼ਬਤ ਕਰ ਲਈ ਗਈ ਤੇ ਚਲਦੇ ਫਿਰਦੇ ਦਸਤੇ ਜੋ ਲੰਬੀ ਦੂਰ ਤੱਕ ਮਾਰ ਕਰਨ ਵਾਲੀਆਂ ਜਜ਼ੈਲਾਂ ਯਾਨੀ ਸੰਗੀਨਾਂ ਨਾਲ ਲੈਸ ਸਨ, ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਭੇਜ ਦਿੱਤੇ ਗਏ। ਇਹ ਮੁਹਿੰਮ ਬਹੁਤੀ ਦੇਰ ਨਾ ਚੱਲੀ। ਵਜ਼ੀਰ ਸਫਦਰ ਜੰਗ ਨੇ ਮੀਰ ਮਨੂੰ ਦੀਆਂ ਮੁਸ਼ਕਲਾਂ ਵਧਾਉਣੀਆਂ ਜਾਰੀ ਰੱਖੀਆਂ। ਜੁਲਾਈ 1750 ਈਸਵੀ ਵਿੱਚ ਉਸਨੇ ਮੀਰ ਮਨੂੰ ਦੇ ਵਿਸ਼ਵਾਸ ਪਾਤਰ ਸੇਵਕ ਨੂੰ ਜੋ ਅਬਦਾਲੀ ਨੂੰ ਸੌਂਪੇ 4 ਜ਼ਿਲ੍ਹਿਆਂ ਦਾ ਪ੍ਰਬੰਧਕ ਸੀ, ਰਿਸ਼ਵਤ ਦੇ ਕੇ ਆਪਣੇ ਮਾਲਕ ਵਿਰੁੱਧ ਵਿਦਰੋਹ ਕਰਨ ਲਈ ਉਕਸਾਇਆ। ਯਾਨੀ ਵਜ਼ੀਰ ਨੇ ਉਸ ਨੂੰ ਮਨੂੰ ਦੀ ਥਾਂ ਤੇ ਲਾਹੌਰ ਦਾ ਸੂਬੇਦਾਰ ਬਣਾਉਣ ਦਾ ਵਚਨ ਦਿੱਤਾ ਸੀ।
ਮਨੂੰ ਨੇ ਨਾ ਸ਼ੁਕਰੇ ਨਾਸਿਰ ਖਾਨ ਨੂੰ ਸਿਆਲਕੋਟ ਦੇ ਅਸਥਾਨ 'ਤੇ ਹਰਾਇਆ ਤੇ ਉਸ ਨੂੰ ਬੰਨ੍ਹ ਕੇ ਸਫਦਰਜੰਗ ਕੋਲ ਮੁਆਵਜ਼ਾ ਲੈਣ ਲਈ ਦਿੱਲੀ ਭੇਜ ਦਿੱਤਾ। ਪਰ ਵਜ਼ੀਰ ਦੇ ਭੱਥੇ ਵਿੱਚ ਹੋਰ ਵੀ ਤੀਰ ਸਨ। ਨਾਸਰ ਦੀ ਬਗਾਵਤ ਅਸਫਲ ਰਹਿਣ ਪਿੱਛੋਂ ਉਸਨੇ ਸ਼ਾਹ ਨਵਾਜ਼ ਨੂੰ ਮੁਲਤਾਨ ਦਾ ਸੁਤੰਤਰ ਸੂਬੇਦਾਰ ਬਣਾ ਕੇ ਭੇਜ ਦਿੱਤਾ। ਉਸਨੇ ਸ਼ਾਹ ਨਵਾਜ਼ ਨੂੰ ਇਹ ਵੀ ਕਿਹਾ ਕਿ ਜੇ ਉਹ ਮਨੂੰ ਨੂੰ ਹਰਾ ਦੇਵੇਗਾ ਤਾਂ ਉਸ ਦੇ ਅਧੀਨ ਲਾਹੌਰ ਦੀ ਸੂਬੇਦਾਰੀ ਵੀ ਦੇ ਦਿੱਤੀ ਜਾਵੇਗੀ। ਸ਼ਾਹ ਨਵਾਜ਼ ਵੀ ਵਜ਼ੀਰ ਦੇ ਝਾਂਸੇ ਵਿੱਚ ਆ ਗਿਆ ਤੇ ਜਿਉਂ ਹੀ ਮੁਲਤਾਨ ਦਾ ਸੂਬੇਦਾਰ ਬਣਿਆ ਉਹ ਲਾਹੌਰ 'ਤੇ ਕਬਜ਼ਾ ਕਰਨ ਲਈ ਤਿਆਰੀ ਕਰਨ ਲੱਗਾ। ਇੱਕੋ ਇੱਕ ਵਿਅਕਤੀ ਜਿਸ ਤੇ ਮੀਰ ਮਨੂੰ ਨੂੰ ਭਰੋਸਾ ਸੀ ਉਹ ਕੌੜਾ ਮੱਲ ਸੀ ਤੇ ਕੌੜਾ ਮੱਲ ਦੀ ਨਾਨਕ ਪੰਥ ਵਿੱਚ ਪੂਰੀ ਸ਼ਰਧਾ ਸੀ ਤੇ ਇਹ ਤੱਥ ਕਿਸ ਤੋਂ ਗੁੱਝਾ ਨਹੀਂ ਸੀ। ਦੀਵਾਨ ਦੀ ਸਲਾਹ ਤੇ ਜਿਸ ਜ਼ਰੀਆ ਦੇ ਗਤੀਸ਼ੀਲ ਦਸਤੇ ਹਟਾ ਲਏ ਗਏ, ਸਿੱਖਾਂ ਨੂੰ ਰਾਮ ਰੌਣ ਤੇ ਕਬਜ਼ਾ ਕਰਨ ਦੀ ਆਗਿਆ ਦਿੱਤੀ ਗਈ ਤੇ ਉਹਨਾਂ ਨੂੰ ਸ਼ਾਹ ਨਵਾਜ਼ ਵਿਰੁੱਧ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ। ਕੌੜਾ ਮੱਲ ਨੇ ਮੁਗਲਾਂ, ਪੰਜਾਬੀ, ਮੁਸਲਮਾਨ, ਅਫਗਾਨਾਂ ਤੇ ਸਿੱਖਾਂ ਯਾਨੀ ਜੱਸਾ ਸਿੰਘ ਆਹਲੂਵਾਲੀਆ ਦੀਨ ਦੇ ਰਲੇ ਮਿਲੇ ਬੱਟ ਭਾਂਤੇ ਹਜੂਮ ਦੀ ਅਗਵਾਈ ਕੀਤੀ। ਉਸ ਨੇ ਮੁਲਤਾਨੀ ਫੌਜ ਨੂੰ ਹਰਾਇਆ। ਹਾਰੇ ਹੋਏ ਸ਼ਾਹ ਨਵਾਜ਼ ਦਾ ਸਿਰ ਵੱਢ ਕੇ ਉਸ ਨੂੰ ਵਿਜੇ ਪੁਰਸਕਾਰ ਦੇ ਰੂਪ ਵਿੱਚ ਮੀਰ ਮਨੂੰ ਕੋਲ ਭੇਜ ਦਿੱਤਾ। ਅਹਿਸਾਨਮੰਦ ਮੀਰ ਮਨੂੰ ਨੇ ਕੌੜਾ ਮੱਲ ਨੂੰ ਮਹਾਰਾਜਾ ਬਹਾਦਰ ਦੀ ਉਪਾਧੀ ਦੇ ਕੇ ਮੁਲਤਾਨ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਦੀਵਾਨ ਜੋ ਮਹਿਸੂਸ ਕਰਦਾ ਸੀ ਕਿ ਉਸ ਦੀ ਇਹ ਸਫਲਤਾ ਸਿੱਖਾਂ ਦੇ ਸਹਿਯੋਗ ਕਾਰਨ ਹੀ ਸੀ, ਉਸ ਨੇ ਸਿੱਖ ਮਿਸਲਦਾਰਾਂ ਨੂੰ ਬਹੁਤ ਰਿਆਇਤਾਂ ਦਿੱਤੀਆਂ। ਉਸ ਨੇ ਬਹੁਤ ਸਾਰੇ ਸਿੱਖ ਆਪਣੀ ਫੌਜ ਵਿੱਚ ਭਰਤੀ ਕਰ ਲਏ ਤੇ 12 ਪਿੰਡਾਂ ਦਾ ਮਾਮਲਾ ਹਰਮੰਦਰ ਦੇ ਨਾਮ ਲਗਵਾ ਦਿੱਤਾ। 1749 ਤੇ 1750 ਦੇ ਸਾਲਾਂ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਸਿੱਖ ਧਰਮ ਅਪਣਾ ਲਿਆ। 1751 ਤੋਂ 52 ਵਿੱਚ ਤੀਸਰਾ ਅਫਗਾਨ ਹਮਲਾ ਪੰਜਾਬ ਸਿੱਖਾਂ ਦੀ ਸੁਰੱਖਿਆ ਅਧੀਨ। 1751 ਵਿੱਚ ਪੰਜਾਬ ਵਿੱਚ ਫਿਰ ਅਫਗਾਨਾਂ ਦੇ ਹਮਲੇ ਦੀਆਂ ਅਫਵਾਹਾਂ ਸਰਗਰਮ ਹੋ ਗਈਆਂ। ਮੀਰ ਮਨੂੰ ਅਬਦਾਲੀ ਨੂੰ ਸੌਂਪੇ ਗਏ 4 ਜ਼ਿਲ੍ਹਿਆਂ ਦਾ ਮਾਮਲਾ ਨਹੀਂ ਦੇ ਸਕਿਆ ਤੇ ਨਵੰਬਰ ਦੇ ਅੱਧ ਵਿੱਚ ਅਫਗਾਨ ਫੌਜ ਦੇ ਹਰਾਵਲ ਦਸਤੇ ਜਰਨੈਲ ਜਹਾਨ ਖਾਨ ਦੀ ਅਗਵਾਈ ਵਿੱਚ ਸਿੰਧ ਪਾਰ ਕਰਕੇ ਆਏ ਤੇ ਮਗਰ ਅਬਦਾਲੀ ਵੀ ਆ ਗਿਆ। ਮੀਰ ਮਨੂੰ ਨੇ ਬਕਾਏ ਦੀ ਕੁਝ ਰਕਮ ਅਦਾ ਕਰਕੇ ਸੁਲ੍ਹਾ ਕਰਨੀ ਚਾਹੀ। ਅਫਗਾਨਾਂ ਨੇ 9 ਲੱਖ ਦੀ ਰਕਮ ਵੀ ਲੈ ਲਈ ਪਰ ਪੰਜਾਬ ਵੱਲ ਅੱਗੇ ਵਧਣਾ ਵੀ ਜਾਰੀ ਰੱਖਿਆ। ਮਨੂੰ ਜਾਣਦਾ ਸੀ ਕਿ ਦਿੱਲੀ ਦੀ ਸਹਾਇਤਾ ਦਾ ਭਰੋਸਾ ਕਰਨਾ ਬੇਕਾਰ ਸੀ। ਉਸਨੇ ਕੌੜਾ ਮੱਲ ਨੂੰ ਮੁਲਤਾਨੋਂ ਤੇ ਅਦੀਨਾ ਬੇਗ ਨੂੰ ਜਲੰਧਰੋਂ ਬੁਲਾ ਲਿਆ ਤੇ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮੀਰ ਮਨੂੰ ਨੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਭਰਤੀ ਕਰ ਲਿਆ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਸੈਨਾ ਦਲ ਸਿੱਖਾਂ ਦਾ ਸੀ ਤੇ ਜਿਨ੍ਹਾਂ ਦੀ ਗਿਣਤੀ 20,000 ਤੋਂ ਵੀ ਜ਼ਿਆਦਾ ਸੀ। ਦਸੰਬਰ 1751 ਈਸਵੀ ਨੂੰ ਉਸਨੇ ਜਹਾਨ ਖਾਨ ਨੂੰ ਰੋਕਣ ਵਾਸਤੇ ਦਰਿਆ ਰਾਵੀ ਪਾਰ ਕੀਤਾ। ਅਬਦਾਲੀ ਉਹਦੇ ਨਾਲ ਮਿਲਣ ਦੀ ਥਾਂ 'ਤੇ ਲਾਹੌਰ ਦੇ ਉੱਤਰ ਪੂਰਬ ਵੱਲੋਂ ਵੱਲ ਪਾ ਕੇ ਲਾਹੌਰ ਵਿੱਚ ਆ ਵੜਿਆ। ਮਨੂੰ ਕਾਲੀ ਪਿੱਛੇ ਮੁੜਿਆ ਤੇ ਸ਼ਹਿਰ ਦੀ ਚਾਰਦੀਵਾਰੀ ਕੋਲ ਮੋਰਚਾ ਮੱਲ ਕੇ ਬੈਠ ਗਿਆ। ਉਹਦੀ ਇਹ ਚਾਲ ਬੜੀ ਵੱਡੀ ਗਲਤੀ ਸੀ। ਜਦੋਂ ਕਿ ਪਠਾਣਾ ਕੋਲ ਤਾਂ ਰਸਦ ਸਮਾਨ ਲਈ ਸਾਰਾ ਪੇਂਡੂ ਖੇਤਰ ਖੁੱਲ੍ਹਾ ਪਿਆ ਸੀ। ਮਨੂੰ ਕੋਲ ਅਮਨ ਸਮੇਂ ਸ਼ਹਿਰ ਵਿੱਚ ਭੰਡਾਰ ਕੀਤੇ ਸਮਾਨ ਤੋਂ ਬਿਨਾਂ ਹੋਰ ਕੁਝ ਨਹੀਂ ਸੀ। 6 ਹਫ਼ਤਿਆਂ ਵਿੱਚ ਹੀ ਸਾਰਾ ਭੰਡਾਰ ਕੀਤਾ ਦਾਣਾ, ਪੱਠਾ ਤੇ ਅਨਾਜ ਮੁੱਕ ਗਿਆ ਤੇ 3 ਪੜਾਵਾਂ ਦੇ ਇਲਾਕੇ ਵਿੱਚ ਕਿਸੇ ਵੀ ਘਰ ਵਿੱਚ ਦੀਵਾ ਨਾ ਜਗਿਆ। ਮਨੂੰ ਨੇ ਸਲਾਹਕਾਰਾਂ ਦੀ ਸਲਾਹ ਲਈ। ਕੌੜਾ ਮੱਲ ਨੇ ਥੋੜ੍ਹਾ ਚਿਰ ਹੋਰ ਰੁਕਣ ਦੀ ਸਲਾਹ ਦਿੱਤੀ। ਉਸਨੇ ਦਲੀਲ ਦਿੱਤੀ ਕਿ ਪਠਾਣਾ ਦਾ ਦਾਣਾ ਪੱਠਾ ਵੀ ਖਤਮ ਹੋ ਗਿਆ ਤੇ ਉਹ ਵੀ ਕਾਲ ਵਰਗੀ ਦਸ਼ਾ ਵਿੱਚ ਗੁਜ਼ਾਰਾ ਕਰ ਰਹੇ ਨੇ। ਇਸ ਤੋਂ ਬਿਨਾਂ ਹੁਣ ਮਾਰਚ ਦਾ ਮਹੀਨਾ ਜਾ ਰਿਹਾ ਸੀ ਤੇ ਹੋਰ 15 ਦਿਨਾਂ ਨੂੰ ਵੈਰੀ ਲਈ ਗਰਮੀ ਬਹੁਤ ਜ਼ਿਆਦਾ ਹੋ ਜਾਵੇਗੀ। ਜੋ ਖੁੱਲ੍ਹੇ ਮੈਦਾਨ ਵਿੱਚ ਡੇਰਾ ਲਾਈ ਬੈਠਾ ਸੀ, ਅਦੀਨਾ ਬੇਗ ਤੁਰਤ ਲੜਾਈ ਦੇ ਹੱਕ ਵਿੱਚ ਸੀ। ਮਨੂੰ ਨੇ ਅਦੀਨਾ ਬੇਗ ਦੀ ਸਲਾਹ ਮੰਨ ਲਈ ਤੇ 5 ਮਾਰਚ ਨੂੰ ਲੜਾਈ ਛੇੜ ਦਿੱਤੀ। ਕੌੜਾ ਮੱਲ ਲੜਾਈ ਦੇ ਦੂਸਰੇ ਦਿਨ ਹੀ ਮਾਰਿਆ ਗਿਆ। ਅਦੀਨਾ ਬੇਗ ਲੜਾਈ ਦੇ ਮੈਦਾਨ 'ਚੋਂ ਚੁੱਪਚਾਪ ਖਿਸਕ ਗਿਆ। ਮਨੂੰ ਜਿਤਨਾ ਚਿਰ ਸੰਭਵ ਹੋਇਆ ਲੜਦਾ ਰਿਹਾ ਤੇ ਫਿਰ ਉਸਨੇ ਹਥਿਆਰ ਸੁੱਟ ਦਿੱਤੇ। ਅਫਗਾਨਾਂ ਨੇ ਮਨੂੰ ਤੋਂ 30 ਲੱਖ ਰੁਪਏ ਨਗਦ ਲੜਾਈ ਦੇ ਹਰਜ਼ਾਨੇ ਵਜੋਂ ਲਿਆ। ਸੰਧੀ ਦੀਆਂ ਸ਼ਰਤਾਂ ਯਾਨੀ ਮੁਗਲ ਸਮਰਾਟ ਨੇ ਇਸ ਸੰਧੀ ਨੂੰ 13 ਅਪ੍ਰੈਲ 1752 ਈਸਵੀ ਨੂੰ ਪ੍ਰਵਾਨਗੀ ਦਿੱਤੀ। ਲਾਹੌਰ ਤੇ ਮੁਲਤਾਨ ਅਬਦਾਲੀ ਦੇ ਸਪੁਰਦ ਕਰ ਦਿੱਤੇ ਗਏ। ਇਸ ਤਰ੍ਹਾਂ ਪੰਜਾਬ ਮੁਗਲਾਂ ਦੇ ਘੇਰੇ 'ਚੋਂ ਨਿਕਲ ਕੇ ਅਫਗਾਨਾਂ ਅਧੀਨ ਹੋ ਗਿਆ। ਭਾਰਤ ਤੋਂ ਜਾਣ ਤੋਂ ਪਹਿਲਾਂ ਅਬਦਾਲੀ ਨੇ ਕਸ਼ਮੀਰ ਵੀ ਜਿੱਤ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਕੌੜਾ ਮੱਲ ਦੀ ਮੌਤ ਨਾਲ ਮੀਰ ਮਨੂੰ ਤੇ ਸਿੱਖ ਮਿਸਲਦਾਰਾਂ ਦਾ ਇੱਕੋ ਇੱਕ ਸੰਪਰਕ ਖਤਮ ਹੋ ਗਿਆ। ਉਹ ਅਫਗਾਨਾਂ ਤੇ ਮੁਗਲਾਂ ਦੇ ਝਗੜੇ ਦਾ ਫਾਇਦਾ ਉਠਾ ਕੇ ਬਾਰੀ ਦੁਆਬ, ਜਲੰਧਰ ਦੁਆਬ ਤੇ ਸਤਲੁਜ ਤੋਂ ਪਾਰ ਜੀਂਦ ਤੇ ਧਨੇਸਰ ਤੱਕ ਫੈਲ ਗਏ। ਉਹਨਾਂ ਨੂੰ ਜਦ ਰੋਕਿਆ ਗਿਆ ਤਾਂ ਉਹ ਦਿੱਲੀ ਤੋਂ ਸਿਰਫ 50 ਮੀਲ ਦੂਰ ਹੀ ਰਹਿ ਗਏ ਸਨ। ਉੱਤਰ ਵਿੱਚ ਸ਼ੁਕਰ ਚੱਕੀਆ ਮਿਸਰ ਵਾਲੇ ਚੜ੍ਹਤ ਸਿੰਘ ਦੀ ਅਗਵਾਈ ਵਿੱਚ ਜੇਲਮ ਪਾਰ ਕਰ ਚੁੱਕੇ ਸਨ ਤੇ ਗਖੜਾ ਸਮੇਤ ਉਸ ਖੇਤਰ ਦੇ ਮੁਸਲਮਾਨ ਕਬੀਲਿਆਂ ਨੂੰ ਆਪਣੇ ਅਧੀਨ ਕਰ ਚੁੱਕੇ ਸਨ। ਅਫਗਾਨਾਂ ਦੇ ਕਹਿਰ ਪਿੱਛੋਂ ਮੀਰ ਮਨੂੰ ਨੂੰ ਪਤਾ ਲੱਗਾ ਕਿ ਉਸ ਦਾ ਬਹੁਤ ਰਾਜ ਤਾਂ ਸਿੱਖਾਂ ਦੇ ਹੱਥਾਂ ਵਿੱਚ ਜਾ ਚੁੱਕਾ ਸੀ।
ਅਦੀਨਾ ਬੇਗ ਨੂੰ ਉਸ ਨਾਲੋਂ ਵੀ ਜ਼ਿਆਦਾ ਫਿਕਰ ਹੋਇਆ, ਕਿਉਂਕਿ ਸਿੱਖਾਂ ਦੇ ਹਮਲਿਆਂ ਦਾ ਜ਼ਿਆਦਾ ਪ੍ਰਭਾਵ ਉਸ ਦੇ ਇਲਾਕੇ 'ਤੇ ਹੀ ਹੋਇਆ ਸੀ। ਮਾਰਚ 1753 ਦੇ ਹੋਲਾ ਮਹੱਲਾ ਦੇ ਤਿਉਹਾਰ ਸਮੇਂ ਅਦੀਨਾ ਬੇਗ ਨੇ ਆਨੰਦਪੁਰ 'ਤੇ ਹਮਲਾ ਕਰ ਦਿੱਤਾ ਤੇ ਬਹੁਤ ਸਾਰੇ ਸਿੱਖ ਮਾਰ ਦਿੱਤੇ। ਸਿੱਖਾਂ ਨੇ ਇਸ ਦਾ ਬਦਲਾ ਜਲੰਧਰ ਤੇ ਬਾਰੀ ਦੁਆਬ ਦੇ ਪਿੰਡ ਲੁੱਟ ਕੇ ਲਿਆ। ਅਦੀਨਾ ਨੇ ਉਤਨੀ ਤੇਜ਼ੀ ਨਾਲ ਹੀ ਉਹਨਾਂ ਨਾਲ ਸੁਲ੍ਹਾ ਕਰ ਲਈ ਜਿਤਨੀ ਤੇਜ਼ੀ ਨਾਲ ਉਹਨਾਂ 'ਤੇ ਹਮਲਾ ਕੀਤਾ ਸੀ। ਉਸ ਨੇ ਆਪਣੇ ਇਲਾਕੇ ਦਾ ਕੁਝ ਮਾਮਲਾ ਸਿੱਖਾਂ ਨੂੰ ਦੇ ਦਿੱਤਾ ਤੇ ਜੱਸਾ ਸਿੰਘ ਰਾਮਗੜੀਆ ਸਮੇਤ ਬਹੁਤ ਸਾਰੇ ਸਿੱਖ ਨੌਕਰ ਰੱਖ ਲਏ। ਹੁਣ ਮੀਰ ਮੰਨੂ ਦੀ ਹਮਲਾ ਕਰਨ ਦੀ ਵਾਰੀ ਸੀ। ਉਸ ਨੇ ਬਟਾਲੇ 'ਤੇ ਚੜ੍ਹਾਈ ਕੀਤੀ ਤੇ ਫਿਰ ਰਾਮ ਰੌਣੀ ਨੂੰ ਘੇਰਾ ਪਾ ਲਿਆ। ਉਸ ਨੇ ਕਿਲੇ ਨੂੰ ਤੋਪਾਂ ਨਾਲ ਉਡਾ ਦਿੱਤਾ ਤੇ ਕਿਲੇ ਵਿੱਚ 900 ਸਿੱਖਾਂ ਨੂੰ ਮਾਰ ਦਿੱਤਾ। ਮੰਨੂ ਦੇ ਗਸ਼ਤੀ ਦਸਤਿਆਂ ਤੇ ਸਿੱਖ ਦਲਾਂ ਵਿੱਚ ਕਈ ਥਾਵਾਂ 'ਤੇ ਝੜਪਾਂ ਹੋਈਆਂ। ਮੰਨੂ ਆਪਣੇ ਹਰਜਾਈ ਯਾਨੀ ਸਰਵ ਵਿਆਪਕ ਵੈਰੀ ਦਾ ਕੁਝ ਨਾ ਵਿਗਾੜ ਸਕਿਆ, ਕਿਉਂਕਿ ਕਿਸਾਨਾਂ ਦੀ ਵੀ ਉਹਨਾਂ ਨਾਲ ਹਮਦਰਦੀ ਸੀ। ਉਸ ਦੇ ਨੇਜ਼ਾਬਾਜ਼ ਪਿੰਡਾਂ ਵਿੱਚ ਸਿੱਖਾਂ ਦੀ ਭਾਲ ਕਰਦੇ ਰਹੇ। ਰਿਸ਼ਟ ਪੁਸ਼ਟ ਲੜਦੇ ਮਾਰੇ ਗਏ। ਅਗੈਰ ਲੜਾਕਿਆਂ ਨੂੰ ਸਮੇਤ ਇਸਤਰੀਆਂ ਗ੍ਰਿਫਤਾਰ ਕਰਕੇ ਹੱਥ ਘੜੀਆਂ ਲਾ ਕੇ ਲਾਹੌਰ ਲਿਜਾਇਆ ਗਿਆ ਤੇ ਨਖਾਸ ਯਾਨੀ ਘੋੜਾ ਮੰਡੀ ਵਿੱਚ ਜਾਨੋਂ ਮਾਰ ਦਿੱਤਾ ਗਿਆ। ਨਵੰਬਰ 1753 ਵਿੱਚ ਮੰਨੂ ਦੀ ਮੌਤ ਨਾਲ ਹੀ ਸਿੱਖਾਂ ਦੀ ਉੱਭਰ ਰਹੀ ਤਾਕਤ ਨੂੰ ਖਤਮ ਕਰਨ ਦੀ ਕੋਸ਼ਿਸ਼ ਸਮਾਪਤ ਹੋ ਗਈ। ਉਸ ਸਮੇਂ ਦੇ ਸਿੱਖ ਜਜ਼ਬਾਤ ਨੂੰ ਇੱਕ ਪੰਜਾਬੀ ਗੀਤ ਯਾਨੀ ਕਵਿਤਾ ਵਿੱਚ ਇਉਂ ਵਰਣਨ ਕੀਤਾ ਗਿਆ ਹੈ: ਮੰਨੂ ਅਸਾਂ ਦੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਣ ਸਵਾਈ ਹੋਈ। ਮੰਨੂ ਦੀ ਮੌਤ ਨਾਲ ਪੰਜਾਬ ਦਾ ਪ੍ਰਬੰਧਕ ਢਾਂਚਾ ਢਹਿ ਢੇਰੀ ਹੋ ਗਿਆ। ਉਹ ਮੁਲਕ ਜਿਸ ਖਾਤਰ ਅਫਗਾਨ ਤੇ ਮੁਗਲ ਲੜਦੇ ਰਹੇ ਸਨ, ਦੋਹਾਂ ਨੇ ਹੀ ਵਿਸਾਰ ਦਿੱਤਾ। ਪਹਿਲਾਂ ਤਾਂ ਮੁਗਲ ਸਮਰਾਟ ਨੇ ਆਪਣੇ 3 ਸਾਲਾ ਪੁੱਤਰ ਨੂੰ ਪੰਜਾਬ ਦਾ ਸੂਬੇਦਾਰ ਥਾਪ ਦਿੱਤਾ ਤੇ ਮੀਰ ਮੰਨੂ ਦੇ ਜਵਾਕ ਨੂੰ ਉਸ ਦਾ ਡਿਪਟੀ ਮੁਕਰਰ ਕਰ ਦਿੱਤਾ। ਮੀਰ ਮੰਨੂ ਦਾ ਭਰਾ ਇੰਤਜ਼ਾਮ-ਉਦ-ਦੌਲਾ, ਜੋ ਦਿੱਲੀ ਵਿੱਚ ਵਜ਼ੀਰ ਬਣ ਗਿਆ ਸੀ, ਉਹ ਇੱਕ ਕਿਸਮ ਦਾ ਸਰਪ੍ਰਸਤ ਸੂਬੇਦਾਰ ਬਣ ਗਿਆ ਸੀ। ਪਰੰਤੂ ਪ੍ਰਭਾਵਸ਼ਾਲੀ ਤਾਕਤ ਤਾਂ ਸਥਾਨਕ ਸਰਦਾਰਾਂ ਦੇ ਹੱਥ ਹੀ ਰਹੀ, ਜਿਨ੍ਹਾਂ ਵਿੱਚੋਂ ਅਦੀਨਾ ਬੇਗ ਇੱਕ ਸੀ। ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਵਿੱਚ ਆਪਣੀਆਂ ਸਮੱਸਿਆਵਾਂ ਨਾਲ ਇਤਨਾ ਘਿਰਿਆ ਹੋਇਆ ਸੀ ਕਿ ਉਹ ਪੰਜਾਬ ਵੱਲ ਧਿਆਨ ਨਾ ਦੇ ਸਕਿਆ ਅਤੇ ਉਸਨੇ ਮੀਰ ਮੰਨੂ ਦੇ ਪੁੱਤਰ ਦੀ ਨਿਯੁਕਤੀ ਦੀ ਹੀ ਪੁਸ਼ਟੀ ਕਰ ਦਿੱਤੀ। ਉਸ ਦਾ ਇੱਕੋ ਇੱਕ ਹਿੱਤ ਸੀ ਕਿ ਉਸ ਦਾ ਖਿਰਾਜ ਬਾਕਾਇਦਗੀ ਨਾਲ ਆਉਂਦਾ ਰਹੇ। ਇਹ ਹਾਸੋਹੀਣੀ ਸਥਿਤੀ 6 ਮਹੀਨੇ ਮਗਰੋਂ ਮੀਰ ਮੰਨੂ ਦੇ ਪੁੱਤਰ ਦੀ ਮੌਤ ਨਾਲ ਮਈ 1754 ਵਿੱਚ ਖਤਮ ਹੋ ਗਈ। ਮੀਰ ਮੰਨੂ ਦੀ ਵਿਧਵਾ ਮੁਗਲਾਨੀ ਬੇਗਮ ਨੇ ਨਵੇਂ ਸਮਰਾਟ ਆਲਮਗੀਰ ਦੂਸਰੇ ਦੇ ਮਨੋਨੀਤ ਆਦਮੀ ਦੀ ਅਧੀਨਗੀ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰੰਤੂ ਉਸ ਦੀ ਤਾਕਤ ਲਾਹੌਰ ਤੇ ਇਸ ਦੇ ਆਲੇ ਦੁਆਲੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਇਹਨਾਂ ਸ਼ਹਿਰਾਂ ਵਿੱਚ ਰੋਜ਼ਾਨਾ ਪ੍ਰਬੰਧ ਦਾ ਕੰਮ ਦਰਬਾਰੀ ਹੀਜੜਿਆਂ ਨੂੰ ਸੌਂਪ ਦਿੱਤਾ ਗਿਆ ਸੀ ਤੇ ਮੁਗਲਾਨੀ ਆਪਣੇ ਰੰਡੇਪੇ ਦਾ ਅਕੇਮਾ ਆਪਣੇ ਪ੍ਰੇਮੀਆਂ ਨਾਲ ਰੰਗ ਰਲੀਆਂ ਮਨਾ ਕੇ ਲਾਉਂਦੀ। ਖਰੂਦੀ ਪੰਜਾਬੀਆਂ ਤੇ ਜੁਆਕੜੇ ਹੀਜੜੇ ਤੇ ਇਸ਼ਕ ਕਰਨ ਵਾਲੀਆਂ ਰੰਡੀਆਂ ਰਾਜ ਕਰਨ, ਇਹ ਕਿਵੇਂ ਸੰਭਵ ਹੋ ਸਕਦਾ ਸੀ? ਪੰਜਾਬ ਕਈ ਹਿੱਸਿਆਂ ਵਿੱਚ ਵੰਡਿਆ ਗਿਆ। ਮੁਲਤਾਨ ਤੇ 4 ਜ਼ਿਲ੍ਹੇ ਗੁਜਰਾਤ, ਸਿਆਲਕੋਟ, ਪਸਰੂਰ ਤੇ ਔਰੰਗਾਬਾਦ ਜੋ ਅਬਦਾਲੀ ਨੂੰ ਸੌਂਪ ਦਿੱਤੇ ਗਏ ਸਨ, ਪਹਿਲਾਂ ਵਾਂਗ ਅਫਗਾਨਾਂ ਨੂੰ ਖਰਾਜ ਭੇਜਦੇ ਰਹੇ। ਜਲੰਧਰ ਤੇ ਸਰਹਿੰਦ ਅਦੀਨਾ ਬੇਗ ਨੂੰ ਠੇਕੇ 'ਤੇ ਦੇ ਦਿੱਤੇ ਗਏ। ਵੱਖ-ਵੱਖ ਕਬੀਲਿਆਂ ਨੇ ਆਪਣੀ ਸੈਨਾ ਤੇ ਕਿਲੇ ਬਣਾ ਕੇ ਆਪਣੀਆਂ ਅਰਧ ਸੁਤੰਤਰ ਰਿਆਸਤਾਂ ਕਾਇਮ ਕਰ ਲਈਆਂ। ਸੂਬੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਤਾਕਤ ਦਲ ਖਾਲਸਾ ਦੀ ਸੀ, ਜਿਸ ਦਾ ਸਦਰ ਮੁਕਾਮ ਅੰਮ੍ਰਿਤਸਰ ਸੀ। ਮੀਰ ਮੰਨੂ ਦੀ ਮੌਤ ਪਿੱਛੋਂ ਗੜਬੜੀ ਦੇ ਮਹੀਨਿਆਂ ਵਿੱਚ ਦਲ ਦੀਆਂ ਇਕਾਈਆਂ ਨੇ ਅੰਧਾ-ਧੁੰਦ ਪਿੰਡਾਂ ਤੇ ਸ਼ਹਿਰਾਂ ਵਿੱਚ ਲੁੱਟਮਾਰ ਕੀਤੀ ਤੇ ਕਈ ਵਾਰ ਲਾਹੌਰ ਸ਼ਹਿਰ ਦੀਆਂ ਉਪਨਗਰੀਆਂ ਨੂੰ ਵੀ ਲੁੱਟਿਆ। 1754-55 ਦੀਆਂ ਸਰਦੀਆਂ ਵਿੱਚ ਸਿੱਖ ਘੋੜਸਵਾਰਾਂ ਨੇ ਅੰਬਾਲਾ ਤੇ ਸਰਹਿੰਦ 'ਤੇ ਹਮਲਾ ਕੀਤਾ ਤੇ ਮਗਰੋਂ ਹਰਿਆਣਾ ਤੇ ਫਿਰ ਉੱਥੋਂ ਹੁੰਦੇ ਹੋਏ ਉਹਨਾਂ ਨੇ ਜੈਪੁਰ ਦੇ ਰਾਜੇ ਦੇ ਇਲਾਕੇ ਵੀ ਜਾ ਲੁੱਟੇ। ਸਿੱਖ ਜਥੇਦਾਰਾਂ ਨੇ ਮਹਿਸੂਸ ਕਰ ਲਿਆ ਸੀ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਲੋਕਾਂ ਦੀ ਜਾਨ ਤੇ ਮਾਲ ਸੁਰੱਖਿਅਤ ਸਨ। ਉਹਨਾਂ ਨੇ ਮੁਲਕ ਦੇ ਹਾਕਮ ਬਣਨ ਦਾ ਪਹਿਲਾ ਕਦਮ ਉਠਾਇਆ। ਲੋਕਾਂ ਨੂੰ ਸਿਰਫ ਲੁੱਟਣ ਦੀ ਥਾਂ, ਜਿਵੇਂ ਉਹ ਪਹਿਲਾਂ ਕਰਦੇ ਰਹੇ ਸਨ, ਉਹਨਾਂ ਨੇ ਹੁਣ ਲੋਕਾਂ ਤੋਂ ਹਾੜੀ ਸੌਣੀ ਵੱਢਣ ਸਮੇਂ ਸਾਲ ਵਿੱਚ 2 ਵਾਰ ਉਪਜ ਦਾ 1/5 ਹਿੱਸਾ ਲੈ ਕੇ ਉਹਨਾਂ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ। ਕਿਉਂਕਿ ਸਿੱਖ ਪੰਜਾਬ ਵਿੱਚ ਇੱਕੋ ਇੱਕ ਸ਼ਕਤੀ ਸਨ ਜੋ ਆਪਣੀ ਜ਼ਿੰਮੇਵਾਰੀ ਨਿਭਾ ਸਕਣ ਦੇ ਸਮਰੱਥ ਸਨ, ਲੋਕਾਂ ਨੇ ਤੁਰਤ ਹੀ ਉਹਨਾਂ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਤੇ ਇਸ ਤਰ੍ਹਾਂ ਹਰ ਪੱਖੋਂ ਵਿਵਹਾਰਕ ਰੂਪ ਵਿੱਚ ਪੰਜਾਬ ਸਿੱਖਾਂ ਦੇ ਪ੍ਰਬੰਧ ਅਧੀਨ ਆ ਗਿਆ। ਸਿੱਖਾਂ ਦੇ ਸੈਨਿਕ ਪ੍ਰਬੰਧ ਦਾ ਦਫ਼ਤਰ ਅੰਮ੍ਰਿਤਸਰ ਹੀ ਰਿਹਾ, ਜਿੱਥੇ ਨਿਸ਼ਾਨਵਾਲੀਆ, ਲੱਲੇਵਾਲੀਆ ਤੇ ਹੋਰ ਨਿਰਲੇਪ ਤੇ ਨਿਰਪੱਖ ਦਲਾਂ ਦੇ ਸੈਨਿਕਾਂ ਨੂੰ ਰਾਖਵੇਂ ਦਲਾਂ ਵਜੋਂ ਠਹਿਰਾਇਆ ਜਾਂਦਾ ਸੀ। ਮਿਸਲਾਂ ਸੁਤੰਤਰ ਹੀ ਰਹੀਆਂ ਤੇ ਉਹਨਾਂ ਨੂੰ ਆਪਣੀ ਇੱਛਾ ਅਨੁਸਾਰ ਆਪਣੀ ਰਾਖੀ ਅਧੀਨ ਇਲਾਕੇ ਲੈਣ ਦੀ ਖੁੱਲ੍ਹ ਸੀ। ਭੰਗੀ ਤੇ ਸ਼ੁਕਰ ਚੱਕੀਆ ਮਿਸਲਾਂ ਨੇ ਰਚਨਾ ਤੇ ਜੱਜ ਦੁਆਬ ਤੇ ਅਧਿਕਾਰ ਕਰ ਲਿਆ। ਕਨਈਆ ਤੇ ਰਾਮਗੜੀਆ ਨੇ ਅੰਮ੍ਰਿਤਸਰ ਤੋਂ ਹਿਮਾਲਾ ਤੱਕ ਦੇ ਖੇਤਰ ਤੇ ਅਧਿਕਾਰ ਕਰ ਲਿਆ ਤੇ ਸਿੰਘਪੁਰੀਆ ਤੇ ਆਲੂਵਾਲੀਆ ਦੀ ਰਾਖੀ ਅਧੀਨ ਦਰਿਆ ਸਤਲੁਜ ਦੇ
ਆਰ ਪਾਰ ਦੇ ਦੋਹਾਂ ਪਾਸਿਆਂ ਦੇ ਇਲਾਕੇ ਆ ਗਏ। ਲਾਹੌਰ ਵਿੱਚ ਘਿਨਾਉਣੀਆਂ ਸਾਜ਼ਿਸ਼ਾਂ ਜਾਰੀ ਰਹੀਆਂ। ਮੁਗਲਾਨੀ ਬੇਗਮ ਤੇ ਉਹਦੇ ਹੀਜੜਿਆਂ ਤੋਂ ਸ਼ਕਤੀ ਖੋਹਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਆਪਣੇ ਵਿਰੋਧੀਆਂ ਦੇ ਟਾਕਰੇ ਤੇ ਜ਼ਿਆਦਾ ਸ਼ਕਤੀਸ਼ਾਲੀ ਰਹੀ। ਉਸ ਨੇ ਤਾਂ ਸਗੋਂ ਚਾਲਬਾਜ਼ ਅਦੀਨਾ ਬੇਗ ਨੂੰ ਵੀ ਅਫਗਾਨਾਂ ਦੀ ਸਹਾਇਤਾ ਨਾਲ ਉਹਦੇ ਨਾਇਬ ਨੂੰ ਲਾਹੌਰੋਂ ਕੱਢ ਕੇ ਹੈਰਾਨ ਕਰ ਦਿੱਤਾ। ਅੰਤ 1756 ਵਿੱਚ ਮੁਗਲਾਨੀ ਬੇਗਮ ਨੂੰ ਵਜ਼ੀਰ ਦੇ ਹੁਕਮ ਤੇ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ। ਲਾਹੌਰ ਦਾ ਜ਼ਿਲ੍ਹਾ ਵੀ ਅਦੀਨਾ ਬੇਗ ਨੂੰ ਠੇਕੇ ਤੇ ਦੇ ਦਿੱਤਾ ਗਿਆ। ਭਾਵੇਂ ਮੁਗਲਾਨੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ, ਪਰ ਉਹ ਫਿਰ ਵੀ ਅਬਦਾਲੀ ਨੂੰ ਇਹ ਪੈਗਾਮ ਭੇਜਣ ਵਿੱਚ ਸਫਲ ਰਹੀ, ਜਿਸ ਵਿੱਚ ਉਸ ਨੂੰ ਭਾਰਤ ਉੱਪਰ ਹਮਲਾ ਕਰਨ ਲਈ ਪ੍ਰੇਰਨਾ ਦਿੱਤੀ ਗਈ ਸੀ। ਉਸ ਨੇ ਇਹ ਇਕਰਾਰ ਕੀਤਾ ਕਿ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਦੀ ਲੁੱਟ ਵਿੱਚ ਉਹਦੀ ਸਹਾਇਤਾ ਕਰੇਗੀ। ਮੈਨੂੰ ਪਤਾ ਹੈ ਕਿ ਮੇਰੇ ਸਵਰਗੀ ਸਹੁਰੇ ਦੇ ਮਹਿਲ ਵਿੱਚ ਕਰੋੜਾਂ ਰੁਪਇਆਂ ਦਾ ਕੀਮਤੀ ਸਮਾਨ ਤੇ ਨਕਦੀ ਦੱਬੀ ਪਈ ਹੈ। ਇਸ ਤੋਂ ਬਿਨਾਂ ਮਹਿਲ ਦੀ ਛੱਤ ਵਿੱਚ ਸੋਨੇ ਤੇ ਚਾਂਦੀ ਦੇ ਢੇਰ ਰੱਖੇ ਪਏ ਹਨ। ਜੇ ਤੁਸੀਂ ਹੁਣ ਹਿੰਦੁਸਤਾਨ ਤੇ ਹਮਲਾ ਕਰੋਗੇ ਤਾਂ ਭਾਰਤੀ ਸਾਮਰਾਜ ਆਪਣੀ ਕੁੱਲ ਦੌਲਤ ਨਾਲ ਤੇਰੇ ਹੱਥਾਂ ਵਿੱਚ ਆ ਜਾਵੇਗਾ। ਉਸ ਨੇ ਲਿਖਿਆ, ਅਫਗਾਨਾਂ ਨੂੰ ਹਮਲਾ ਕਰਨ ਲਈ ਸੱਦਾ ਦੇਣ ਵਾਲੀ ਮੁਗਲਾਨੀ ਇਕੱਲੀ ਨਹੀਂ ਸੀ। ਮੁਗਲ ਸਮਰਾਟ ਤੇ ਰੋਹੇਲਾ ਮੁਖੀ ਨੇ ਵੀ ਇੱਕ ਦੂਸਰੇ ਤੋਂ ਵੱਖੋ ਵੱਖਰਿਆਂ ਅਬਦਾਲੀ ਨੂੰ ਹਿੰਦੁਸਤਾਨ ਆਉਣ ਲਈ ਲਿਖਿਆ। ਅਫਗਾਨਾਂ ਦਾ ਚੌਥਾ ਹਮਲਾ 1756-57 ਤੇ ਪੰਜਾਬ ਵਿੱਚ ਮਰਾਠੇ 1758। 1756 ਵਿੱਚ ਅਬਦਾਲੀ ਨੇ ਚੌਥੀ ਵਾਰ ਸਿੰਧ ਪਾਰ ਕੀਤਾ। ਸਿੱਖਾਂ ਨੇ ਅਬਦਾਲੀ ਨੂੰ ਲੰਘ ਜਾਣ ਦਿੱਤਾ ਤੇ ਅਦੀਨਾ ਬੇਗ ਖਾਂ ਇਹ ਵੇਖਣ ਲਈ ਕਿ ਤੇਲ ਵੇਖੋ, ਤੇਲ ਦੀ ਧਾਰ ਦੇਖੋ, ਪਹਾੜਾਂ ਵਿੱਚ ਜਾ ਲੁਕਿਆ। ਲਾਹੌਰ ਤੋਂ ਸਰਹਿੰਦ ਤੱਕ ਕਿਸੇ ਪਿੰਡ ਵਿੱਚ ਇੱਕ ਵੀ ਵਿਅਕਤੀ ਨਾ ਰਿਹਾ। ਸਭ ਅਮੀਰ ਗਰੀਬ ਵੱਖ-ਵੱਖ ਪਾਸਿਆਂ ਨੂੰ ਨੱਠ ਗਏ ਸਨ। ਅਫਗਾਨਾਂ ਨੇ ਦਿੱਲੀ ਵੱਲ ਕੂਚ ਜਾਰੀ ਰੱਖਣ ਤੋਂ ਪਹਿਲਾਂ ਲਾਹੌਰ ਵਿੱਚ 12 ਦਿਨ ਬਤੀਤ ਕੀਤੇ। ਉਹ ਦਿੱਲੀ ਵਿੱਚ 28 ਜਨਵਰੀ 1757 ਨੂੰ ਦਾਖਲ ਹੋਏ ਤੇ ਬਿਨਾਂ ਕਿਸੇ ਭੜਕਾਹਟ ਦੇ ਸ਼ਹਿਰ ਦੀ ਲੁੱਟਮਾਰ ਸ਼ੁਰੂ ਕਰ ਦਿੱਤੀ। ਵਿਧਵਾ ਮੁਗਲਾਨੀ ਬੇਗਮ ਆਪਣੇ ਇਕਰਾਰ ਤੇ ਕਾਇਮ ਰਹੀ। ਉਹ ਅਫਗਾਨਾਂ ਨੂੰ ਇੱਕ ਮਹਿਲ ਤੋਂ ਦੂਸਰੇ ਮਹਿਲ ਤੱਕ ਲਿਜਾ ਕੇ ਦੱਸਦੀ ਰਹੀ ਕਿ ਹਰ ਇੱਕ ਸਰਦਾਰ ਕੋਲ ਕਿਤਨਾ ਸੋਨਾ ਤੇ ਹੀਰੇ ਹਨ। ਸ਼ਾਰੁਲ ਮੁਖਾਤਰਿਨ ਦਾ ਲੇਖਕ ਲਿਖਦਾ ਹੈ, ਅਫਗਾਨਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਪਤਨੀਆਂ ਤੇ ਪੁੱਤਰੀਆਂ ਨੂੰ ਖਿੱਚ ਧੂ ਕਰਕੇ ਅਪਮਾਨਿਤ ਕੀਤਾ ਤੇ ਇਤਨੇ ਜ਼ੁਲਮ ਕੀਤੇ ਕਿ ਉਹ ਆਪਣੀ ਇੱਜ਼ਤ ਦੀ ਰਾਖੀ ਲਈ ਉਹਨਾਂ ਦੇ ਹੱਥਾਂ ਵਿੱਚ ਆਉਣ ਤੋਂ ਪਹਿਲਾਂ ਹੀ ਆਤਮਘਾਤ ਕਰ ਗਈਆਂ। ਇੱਕ ਮਹੀਨੇ ਲਈ ਦਿੱਲੀ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਗਿਆ। ਫਿਰ ਮਥੁਰਾ ਤੇ ਬ੍ਰਿੰਦਾਵਨ ਦੀ ਵਾਰੀ ਆਈ, ਜਿੱਥੇ ਅਫਗਾਨਾਂ ਦੀ ਲੁੱਟ ਮਾਰ ਦੀ ਲਾਲਸਾ ਇਸ ਅਸਲੀਅਤ ਨੂੰ ਜਾਣ ਕੇ ਹੋਰ ਵੀ ਵੱਧ ਗਈ, ਕਿਉਂਕਿ ਉਹ ਸ਼ਹਿਰ ਕਾਫਰ ਹਿੰਦੂਆਂ ਲਈ ਬਹੁਤ ਪਵਿੱਤਰ ਸਨ। ਇਹ ਖਰਮਸਤੀਆਂ ਤੇ ਬਦਚੱਲੀਆਂ ਉਦੋਂ ਹੀ ਖਤਮ ਹੋਈਆਂ ਜਦੋਂ ਗਰਮੀ ਵੱਧ ਗਈ ਤੇ ਸ਼ਹਿਰ ਵਿੱਚ ਹੈਜ਼ੇ ਦੀ ਮਹਾਮਾਰੀ ਫੈਲ ਗਈ ਤੇ ਪਹਾੜੀ ਇਲਾਕੇ ਦੇ ਅਫਗਾਨਾਂ ਲਈ ਉੱਥੇ ਹੋਰ ਠਹਿਰਨਾ ਔਖਾ ਹੋ ਗਿਆ। ਅਬਦਾਲੀ ਨੇ ਸਮਰਾਟ ਮੁਹੰਮਦ ਸ਼ਾਹ ਦੀ 16 ਸਾਲਾਂ ਦੀ ਬੇਟੀ ਨਾਲ ਤੇ ਉਸਦੇ ਬੇਟੇ ਸ਼ਹਿਜ਼ਾਦਾ ਤੈਮੂਰ ਨੇ ਆਲਮਗੀਰ ਸ਼ਾਨੀ ਦੀ ਬੇਟੀ ਨਾਲ ਵਿਆਹ ਕਰਵਾ ਲਿਆ। ਉਹਨਾਂ ਦੇ ਨਾਲ ਹੀ ਦਾਸੀਆਂ, ਰਖੇਲਾਂ ਤੇ ਧਰੇਲਾਂ ਦੀਆਂ ਟੋਲੀਆਂ ਵੀ ਲਿਜਾਈਆਂ ਗਈਆਂ। ਅਬਦਾਲੀ ਨੇ ਸਰਹਿੰਦ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਇਮਦਾਦੁਲ ਮੁਲਕ ਨੂੰ ਵਜ਼ੀਰ ਨਿਯੁਕਤ ਕਰ ਦਿੱਤਾ ਗਿਆ ਤੇ ਨਜੀਮ ਉਦ ਦੌਲਾ ਨੂੰ ਮੁਗਲ ਦਰਬਾਰ ਵਿੱਚ ਆਪਣਾ ਪ੍ਰਤੀਨਿਧ ਨਿਯੁਕਤ ਕਰ ਦਿੱਤਾ। ਮੁਗਲਾਨੀ ਬੇਗਮ ਨੂੰ ਕੁਝ ਵੀ ਨਾ ਮਿਲਿਆ। ਅਫਗਾਨਾਂ ਨੇ ਦਿੱਲੀ ਤੋਂ ਦੇਸ਼ ਪਰਤਣ ਲਈ ਕੂਚ ਕਰ ਦਿੱਤਾ। ਸਭ ਤੋਂ ਅੱਗੇ ਸ਼ਹਿਜ਼ਾਦਾ ਤੈਮੂਰ ਸੀ ਤੇ ਉਸਦੇ ਐਨ ਮਗਰ ਉਸਦਾ ਪਿਤਾ ਜਾ ਰਿਹਾ ਸੀ। ਇੱਕ ਸਮਕਾਲੀ ਬਿਰਤਾਂਤ ਵਿੱਚ ਲਿਖਿਆ ਗਿਆ ਹੈ ਕਿ ਅਬਦਾਲੀ ਦਾ ਸਮਾਨ 28,000 ਘੋੜਿਆਂ, ਊਠਾਂ, ਖੱਚਰਾਂ, ਗੱਡਿਆਂ ਤੇ ਬੈਲਾਂ ਤੇ ਲੱਦਿਆ ਹੋਇਆ ਸੀ, ਜਦੋਂ ਕਿ 200 ਊਠਾਂ ਤੇ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਦਾ ਸਮਾਨ ਤੇ ਜਾਇਦਾਦ ਲੱਦੀ ਗਈ ਸੀ, ਜੋ ਅਬਦਾਲੀ ਦੇ ਨਾਲ ਜਾ ਰਹੀਆਂ ਸਨ, ਤੇ ਇਹ ਸਮਾਨ ਵੀ ਉਸੇ ਦਾ ਹੀ ਸੀ। ਉਸ ਦੇ ਮਗਰੋਂ 80,000 ਘੋੜੇ ਤੇ ਪੈਦਲ ਸਿਪਾਹੀ ਸਨ, ਜਿਨ੍ਹਾਂ ਸਭ ਕੋਲ ਹੀ ਲੁੱਟ ਦਾ ਮਾਲ ਸੀ। ਉਸ ਦੀ ਘੋੜਸਵਾਰ ਫੌਜ ਪੈਦਲ ਹੀ ਆਪਣੇ ਘੋੜਿਆਂ ਤੇ ਲੁੱਟ ਦਾ ਮਾਲ ਲੱਦ ਕੇ ਨਾਲ ਤੁਰਦੀ ਗਈ। ਢੋਆ ਢੁਆਈ ਲਈ ਅਫਗਾਨ ਬਾਦਸ਼ਾਹ ਨੇ ਕਿਸੇ ਘਰ ਊਂਠ, ਘੋੜੇ ਤਾਂ ਕਿ ਗਧੇ ਵੀ ਨਾ ਰਹਿਣ ਦਿੱਤੇ। ਹੁਣ ਕਾਰਵਾਈ ਕਰਨ ਦਾ ਸਮਾਂ ਆ ਗਿਆ ਸੀ। ਸਿੱਖਾਂ ਦੇ ਦਲ ਦੋਹੀਂ ਪਾਸੇ ਨੇੜੇ ਆ ਗਏ। ਰਾਜਕੁਮਾਰ ਤੋਂ ਲੁੱਟ ਦਾ ਬਹੁਤ ਸਾਰਾ ਮਾਲ ਖੋਹ ਲਿਆ ਗਿਆ। ਇੱਕ ਮਰਹੱਠਾ ਖਬਰ ਨਵੀਸ ਲਿਖਦਾ ਹੈ, ਮਾਰਚ 1757 ਦੇ ਅਖੀਰ ਵਿੱਚ ਜਦੋਂ ਅਬਦਾਲੀ ਦੀ ਫੌਜ ਦੇ ਅਗਲੇ ਪਾਸੇ ਸ਼ਹਿਜ਼ਾਦਾ ਤੈਮੂਰ ਦਿੱਲੀ ਤੋਂ ਲੁੱਟ ਕੇ ਲਿਆਂਦੀ ਦੌਲਤ ਲਾਹੌਰ ਲਿਜਾ ਰਿਹਾ ਸੀ, ਤਾਂ ਆਲਾ ਸਿੰਘ ਤੇ ਹੋਰ ਸਿੱਖ ਲੁਟੇਰਿਆਂ ਨੇ ਮਿਲ ਕੇ ਸਨਾਵਰ ਨੇੜੇ, ਜੋ ਕਿ ਅੰਬਾਲਾ ਤੇ ਪਟਿਆਲਾ ਵਿਚਕਾਰ ਹੈ, ਉਸ ਦਾ ਰਸਤਾ ਰੋਕ ਲਿਆ ਤੇ ਉਸ ਦਾ ਅੱਧਾ ਖਜ਼ਾਨਾ ਲੁੱਟ ਲਿਆ। ਦੂਸਰੀ ਵਾਰ ਉਸ ਉੱਪਰ ਮਲੇਰ ਕੋਟਲੇ ਕੋਲ ਹਮਲਾ ਕੀਤਾ ਤੇ ਲੁੱਟਿਆ। ਉਹਨਾਂ ਦੇ ਲੁਟੇਰੇ ਦਲਾਂ ਨੂੰ ਇਤਨੀ ਸਫਲਤਾ ਮਿਲੀ ਕਿ ਇਹ ਅਫਵਾਹਾਂ ਵੀ ਫੈਲ ਗਈਆਂ ਕਿ ਸ਼ਹਿਜ਼ਾਦੇ ਨੂੰ ਕੈਦ ਕਰ ਲਿਆ ਗਿਆ ਤੇ ਉਹਨਾਂ ਹੱਥੋਂ ਮਾਰਿਆ ਵੀ ਗਿਆ। ਅਬਦਾਲੀ ਨੇ ਅੱਗੇ ਤੋਂ ਹੋਰ ਸਾਵਧਾਨੀ ਵਰਤੀ, ਪਰ ਫਿਰ ਵੀ ਉਸ ਨੂੰ ਸੁੱਕਾ ਨਾ ਜਾਣ ਦਿੱਤਾ ਗਿਆ। ਸਿੱਖਾਂ ਨੇ ਉਹਦੇ ਰਾਖੇ ਮਾਰ ਦਿੱਤੇ ਤੇ ਕਈ ਥਾਵਾਂ ਤੋਂ ਉਹਦਾ ਸਮਾਨ ਲੁੱਟਿਆ। ਜਦੋਂ ਉਹ ਲਾਹੌਰ ਪਹੁੰਚਿਆ ਤਾਂ ਉਹ ਬਹੁਤ ਗੁੱਸੇ ਵਿੱਚ ਸੀ। ਸਿੱਖ ਉਹਦੇ
ਹੱਥ ਨਾ ਆਈ ਤਾਂ ਉਸਨੇ ਆਪਣਾ ਗੁੱਸਾ ਅੰਮ੍ਰਿਤਸਰ ਦੇ ਸ਼ਹਿਰੀਆਂ ਤੇ ਕੱਢਿਆ। ਉਸਨੇ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਮਰੀਆਂ ਹੋਈਆਂ ਗਊਆਂ ਦੀ ਔਜਰੀਆਂ ਨਾਲ ਭਰ ਦਿੱਤਾ। ਅਬਦਾਲੀ ਨੇ ਪੰਜਾਬ ਆਪਣੇ ਪੁੱਤਰ ਤੈਮੂਰ ਨੂੰ ਸੌਂਪ ਦਿੱਤਾ ਤੇ ਰਾਜਕੁਮਾਰ ਕੋਲ 10,000 ਫੌਜ ਜਨਰਲ ਜਹਾਨ ਖਾਨ ਦੀ ਕਮਾਨ ਅਧੀਨ ਛੱਡ ਦਿੱਤੀ। ਉਸਨੇ ਜੰਮੂ ਦੇ ਰਾਜਾ ਰਣਜੀਤ ਦੇਵ ਨੂੰ ਕਈ ਪਰਗਣੇ ਸੌਂਪ ਦਿੱਤੇ। ਇਸ ਤੋਹਫੇ ਨਾਲ ਅਫਗਾਨ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਇੱਕ ਤਾਕਤਵਰ ਰਾਜੇ ਦਾ ਸਹਿਯੋਗ ਪ੍ਰਾਪਤ ਹੋ ਜਾਵੇਗਾ, ਜਿਸ ਦੇ ਰਾਜ ਵਿੱਚ ਜਾ ਕੇ ਸਿੱਖ ਆਮ ਹੀ ਸ਼ਰਨ ਲੈਂਦੇ ਸਨ। ਅਬਦਾਲੀ ਆਪਣੇ ਵਤਨ ਦੇ ਸਫ਼ਰ ਤੇ ਤੁਰ ਪਿਆ। ਸਿੱਖ ਜਥਿਆਂ ਨੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੀ ਅਗਵਾਈ ਵਿੱਚ ਉਹਦੀ ਫੌਜ ਦੇ ਦੋਹੀਂ ਪਾਸੇ ਜਾ ਕੇ ਉਸ ਨੂੰ ਸਿੰਧ ਦਰਿਆ ਤੱਕ ਤੰਗ ਪਰੇਸ਼ਾਨ ਕੀਤਾ। ਸ਼ਹਿਜ਼ਾਦਾ ਤੈਮੂਰ ਦੇ ਅਫਗਾਨਾਂ ਤੇ ਸਿੱਖਾਂ ਵਿਚਕਾਰ ਟੱਕਰ ਅਟਲ ਸੀ। ਹਰਿਮੰਦਰ ਦੀ ਤਬਾਹੀ ਨੇ ਸਿੱਖਾਂ ਨੂੰ ਬਹੁਤ ਦੁਖੀ ਕੀਤਾ ਸੀ। ਦੀਪ ਸਿੰਘ ਨੇ, ਜੋ ਕਿ ਸਿੱਖ ਮਿਸਲ ਦਾ ਮੁਖੀ ਸੀ ਤੇ ਜਿਸ ਦੀ ਜ਼ਿੰਮੇਵਾਰੀ ਹਰਿਮੰਦਰ ਦੀ ਦੇਖਭਾਲ ਤੇ ਲਈ ਗਈ ਸੀ, ਮਹਿਸੂਸ ਕੀਤਾ ਕਿ ਉਸ ਨੂੰ ਹਰਿਮੰਦਰ ਦੀ ਬੇਅਦਬੀ ਦੇ ਗੁਨਾਹ ਦਾ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। ਉਸ ਨੇ ਆਪਣੇ ਧਰਮ ਸ਼ਾਸਤਰਾਂ ਦੇ ਇਕਾਂਤ ਮੁਖੀ ਕਾਰਜਾਂ ਨੂੰ ਛੱਡ ਕੇ, ਯਾਨੀ ਉਹ ਗ੍ਰੰਥ ਸਾਹਿਬ ਦੇ ਉਤਾਰੇ ਕਰ ਰਿਹਾ ਸੀ, ਹਰਿਮੰਦਰ ਸਾਹਿਬ ਦੀ ਪੁਨਰ ਉਸਾਰੀ ਦਾ ਐਲਾਨ ਕਰ ਦਿੱਤਾ। ਜਦੋਂ ਪਿੰਡੋਂ ਪਿੰਡ ਜਾਂਦਾ ਰਿਹਾ, ਪੇਂਡੂ ਉਹਦੇ ਨਾਲ ਰਲਦੇ ਗਏ। ਜਦੋਂ ਦੀਪ ਸਿੰਘ ਅੰਮ੍ਰਿਤਸਰ ਤੋਂ 10 ਮੀਲ ਦੂਰ ਤਰਨਤਾਰਨ ਪਹੁੰਚਿਆ ਤਾਂ ਉਸ ਨਾਲ 10,000 ਕਿਸਾਨ ਕੁਹਾੜੀਆਂ, ਕਿਰਪਾਨਾਂ ਤੇ ਨੇਜ਼ੇ ਲੈ ਕੇ ਆ ਰਹੇ ਸਨ। ਉਹਨਾਂ ਨੂੰ ਉਡੀਕ ਰਹੀ ਹੋਣੀ ਬਾਰੇ ਕੋਈ ਭੁਲੇਖਾ ਨਹੀਂ ਸੀ। ਉਹਨਾਂ ਲਾੜਿਆਂ ਵਾਂਗ ਸੱਜ ਧੱਜ ਨਾਲ ਵਸਤਰ ਪਹਿਨੇ ਹੋਏ ਸਨ, ਜਿਵੇਂ ਕਿ ਉਹ ਵਿਆਹ ਕਰਵਾਉਣ ਜਾ ਰਹੇ ਹੋਣ। ਜਹਾਨ ਖਾਨ ਨੇ ਲਾਹੌਰ ਦੇ ਹਰ ਤੰਦਰੁਸਤ ਵਿਅਕਤੀ ਨੂੰ ਲਾਮਬੰਦ ਹੋਣ ਦਾ ਆਦੇਸ਼ ਦੇ ਦਿੱਤਾ ਤੇ ਅੰਮ੍ਰਿਤਸਰ ਵੱਲ ਤੁਰ ਪਿਆ। ਕਿਸਾਨਾਂ ਨੇ ਉਹਦਾ ਰਸਤਾ ਗੋਲਵੜ ਪਿੰਡ ਕੋਲ ਰੋਕ ਲਿਆ, ਪਰੰਤੂ ਉਹ ਸਿਖਲਾਈ ਪ੍ਰਾਪਤ ਅਫਗਾਨ ਸਿਪਾਹੀਆਂ ਤੇ ਜਹਾਨ ਖਾਨ ਨੂੰ ਮਿਲੀ ਤਾਜ਼ਾ ਕੁਮਕ ਯਾਨੀ ਸਹਾਇਤਾ ਸੈਨਾ ਸਾਹਮਣੇ ਨਾ ਖੜ ਸਕੇ। ਦੀਪ ਸਿੰਘ ਨੂੰ ਧੌਣ ਤੇ ਭਾਰੀ ਜ਼ਖਮ ਲੱਗਾ ਤੇ ਉਹ ਬੜੀ ਮੁਸ਼ਕਲ ਨਾਲ ਮੌਤ ਨਾਲ ਵਚਨ ਨਿਭਾਉਣ ਲਈ ਹਰਿਮੰਦਰ ਪਹੁੰਚ ਸਕਿਆ। ਚਸ਼ਮਦੀਦ ਗਵਾਹ ਲਿਖਦਾ ਹੈ, ਜੇਤੂ ਫੌਜ ਉਹਨਾਂ ਦਾ ਪਿੱਛਾ ਕਰਦੀ ਕਰਦੀ ਹਰਿਮੰਦਰ ਤੱਕ ਜਾ ਪਹੁੰਚੀ। ਇਸ ਦੇ ਪ੍ਰਵੇਸ਼ ਦੁਆਰ ਤੇ ਅਸਾਂ ਸਿੱਖ ਰੱਖਿਅਕ ਪਹਿਰੇ ਤੇ ਵੇਖੇ। ਸਾਡੀ ਸੈਨਾ ਦੇ ਯੋਧੇ ਉਹਨਾਂ ਤੇ ਟੁੱਟ ਪਏ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਰਿਮੰਦਰ ਦੀ ਫਿਰ ਇੱਕ ਵਾਰ ਬੇਅਦਬੀ ਕੀਤੀ ਗਈ। ਥੋੜ੍ਹਾ ਚਿਰ ਮਗਰੋਂ ਕਰਤਾਰਪੁਰ ਦਾ ਮੰਦਰ ਵੀ ਬਰਬਾਦ ਕਰ ਦਿੱਤਾ ਗਿਆ। ਜੱਸਾ ਸਿੰਘ ਆਲੂਵਾਲੀਆ ਨੇ ਮਿਸਲਦਾਰਾਂ ਦਾ ਇਕੱਠ ਕੀਤਾ ਤੇ ਉਹਨਾਂ ਨੂੰ ਦੀਪ ਸਿੰਘ ਦੀ ਸ਼ਹਾਦਤ ਦਾ ਤੇ ਹਰਿਮੰਦਰ ਦੀ ਬੇਅਦਬੀ ਦਾ ਬਦਲਾ ਲੈਣ ਲਈ ਬੰਗਾਰਿਆ। ਉਹਨਾਂ ਨੂੰ ਅਦੀਨਾ ਬੇਗ ਦੇ ਰੂਪ ਵਿੱਚ ਬੜਾ ਕਾਰ ਆਮਦ ਸਹਿਯੋਗੀ ਮਿਲ ਗਿਆ, ਜਿਸ ਨੂੰ ਇਹ ਸ਼ੱਕ ਸੀ ਕਿ ਅਫਗਾਨ ਉਸ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸਨ। ਸਿੱਖਾਂ ਤੇ ਅਦੀਨਾ ਬੇਗ ਦੀਆਂ ਫੌਜਾਂ ਦਾ ਅਫਗਾਨ ਫੌਜਾਂ ਨਾਲ ਮਾਹਿਲਪੁਰ ਦੇ ਸਥਾਨ ਤੇ ਟੱਕਰਾ ਹੋਇਆ ਤੇ ਅਫਗਾਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਗਿਆ। ਸਿੱਖ ਜਲੰਧਰ ਵੱਲ ਅੱਗੇ ਵਧੇ, ਸ਼ਹਿਰ ਅਤੇ ਨੇੜੇ ਦੇ ਪਿੰਡਾਂ ਨੂੰ ਲੁੱਟਿਆ। ਅਦੀਨਾ ਬੇਗ ਨੇ ਆਪਣੇ ਸਰਪ੍ਰਸਤਾਂ ਤੇ ਉਪਕਾਰੀਆਂ ਦੇ ਧੰਨਵਾਦ ਵਜੋਂ 1,000 ਰੁਪਇਆ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ 1.25 ਲੱਖ ਰੁਪਇਆ ਜਲੰਧਰ ਦੁਆਬ ਦੀ ਰਾਖੀ ਕਰ ਵਜੋਂ ਅਦਾ ਕੀਤਾ। ਸਥਿਤੀ ਨੂੰ ਸੰਭਾਲਣ ਲਈ ਤੈਮੂਰ ਨੇ 20,000 ਘੋੜਸਵਾਰ ਤੇ ਪਿਆਦ ਸੈਨਿਕ ਲਾਹੌਰੋਂ ਭੇਜੇ। ਸਿੱਖਾਂ ਨੇ ਇਸ ਫੌਜ ਨੂੰ ਹਰਾਇਆ ਤੇ ਉਹਨਾਂ ਦੀਆਂ ਤੋਪਾਂ ਤੇ ਫੌਜੀ ਸਮਾਨ ਤੇ ਅਧਿਕਾਰ ਕਰ ਲਿਆ। ਲਾਹੌਰ ਦੇ ਅਫਗਾਨ ਡੇਰੇ ਵਿੱਚ ਘਬਰਾਹਟ ਫੈਲ ਗਈ। ਉਹ ਹਾਰ ਖਾ ਕੇ ਹੀ ਵਾਪਸ ਮੁੜੀ। ਲਾਹੌਰ ਦਾ ਆਲਾ ਦੁਆਲਾ ਵੀ ਸੁਰੱਖਿਅਤ ਨਾ ਰਿਹਾ। ਹਰ ਰਾਤ ਹਜ਼ਾਰਾਂ ਹੀ ਸਿੱਖ ਲਾਹੌਰ ਤੇ ਆ ਕੇ ਹਮਲਾ ਕਰਦੇ ਤੇ ਲਾਹੌਰ ਦੀ ਚਾਰ ਦੀਵਾਰੀ ਤੋਂ ਬਾਹਰ ਦੇ ਉਪਨਗਰਾਂ ਤੇ ਬਸਤੀਆਂ ਨੂੰ ਲੁੱਟ ਲੈਂਦੇ। ਉਹਨਾਂ ਨਾਲ ਟੱਕਰ ਲੈਣ ਲਈ ਕੋਈ ਫੌਜ ਨਾ ਭੇਜੀ ਜਾਂਦੀ ਤੇ ਲਾਹੌਰ ਦੇ ਦਰਵਾਜ਼ੇ ਰਾਤ ਪੈਣ ਤੋਂ 1 ਘੰਟਾ ਮਗਰੋਂ ਹੀ ਬੰਦ ਕਰ ਦਿੱਤੇ ਜਾਂਦੇ। ਇਸ ਨਾਲ ਹਾਕਮਾਂ ਦੀ ਬੜੀ ਬੇਇੱਜ਼ਤੀ ਹੋਈ ਤੇ ਅਰਾਜਕਤਾ ਫੈਲ ਗਈ। ਅਦੀਨਾ ਬੇਗ ਨੂੰ ਵੀ ਸਮਝ ਆ ਗਈ ਕਿ ਸਿੱਖ ਉਹਦੀ ਇੱਛਾ ਨਾਲੋਂ ਵਧੇਰੇ ਸ਼ਕਤੀਸ਼ਾਲੀ ਬਣ ਗਏ ਸਨ। ਉਸਨੇ ਮਿਸਲਦਾਰਾਂ ਨਾਲ ਉੱਪਰੋਂ ਤਾਂ ਸਾਂਝ ਬਣਾਈ ਰੱਖੀ, ਪਰ ਅੰਦਰ ਖਾਤੇ ਉਸਨੇ ਮਰਹੱਟਿਆਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜੋ ਉਸ ਸਮੇਂ ਦਿੱਲੀ ਤੇ ਕਾਬਜ਼ ਹੋ ਚੁੱਕੇ ਸਨ। ਉਸਨੇ ਉਹਨਾਂ ਨੂੰ 1 ਲੱਖ ਪ੍ਰਤੀ ਦਿਨ ਕੂਚ ਦਾ ਤੇ ਪੜਾਅ ਦੇ ਦਿਨ ਦਾ 50,000 ਰੁਪਇਆ ਦੇਣ ਦਾ ਇਕਰਾਰ ਕੀਤਾ, ਜੇ ਉਹ ਉਸ ਨੂੰ ਲਾਹੌਰ ਤੇ ਕਬਜ਼ਾ ਕਰਨ ਵਿੱਚ ਸਹਾਇਤਾ ਕਰਨ। ਉਸਨੇ ਸਿੱਖਾਂ ਨੂੰ ਵੀ ਮਰਹੱਟਿਆਂ ਦੀ ਸਹਾਇਤਾ ਕਰਨ ਲਈ ਬਣਾ ਲਿਆ। ਮਾਰਚ 1758 ਵਿੱਚ ਮਰਾਠਾ ਜਰਨੈਲ ਰਘੁਨਾਥ ਰਾਓ ਪੰਜਾਬ ਵਿੱਚ ਇੱਕ ਵੱਡੀ ਸੈਨਾ ਲੈ ਕੇ ਦਾਖਲ ਹੋਇਆ, ਜਿਸ ਦੀ ਗਿਣਤੀ 2 ਲੱਖ ਦੱਸੀ ਗਈ ਸੀ। ਆਲੂਵਾਲੀਆ, ਭੰਗੀ, ਰਾਮਗੜੀਆ ਤੇ ਸ਼ੁਕਰ ਚੱਕੀਆ ਮਿਸਲਾਂ ਨੇ ਸਰਹਿੰਦ ਜਿੱਤਣ ਵਿੱਚ ਮਰਹੱਟਿਆਂ ਦੀ ਸਹਾਇਤਾ ਕੀਤੀ। ਸ਼ਹਿਰ ਜੋ ਸਿੱਖਾਂ ਲਈ ਸਦਾ ਘ੍ਰਿਣਾ ਦਾ ਪਾਤਰ ਸੀ, ਇੱਕ ਵਾਰ ਫਿਰ ਉਹਨਾਂ ਨੇ ਉਜਾੜ ਦਿੱਤਾ। ਮਰਹੱਟੇ ਜੋ ਆਪ ਸਰਹਿੰਦ ਲੁੱਟਣੀ ਚਾਹੁੰਦੇ ਸਨ, ਸਿੱਖਾਂ ਦੇ ਵਤੀਰੇ ਤੇ ਨਾਰਾਜ਼ ਹੋ ਗਏ। ਅੱਗੋਂ ਤੋਂ ਇਹ ਫੈਸਲਾ ਹੋਇਆ ਕਿ ਸਿੱਖ ਮਰਹੱਟਿਆਂ ਤੋਂ 2 ਮੰਜ਼ਲਾਂ ਅੱਗੇ ਰਹਿਣਗੇ। ਜਿਉਂ ਹੀ ਸਿੱਖ ਤੇ ਮਰਹੱਟਾ ਫੌਜਾਂ ਨੇ ਸਤਲੁਜ ਪਾਰ ਕੀਤਾ, ਜਹਾਨ ਖਾਂ, ਜੋ ਜਲੰਧਰ ਦੁਆਬੇ ਵਿੱਚ ਸੀ, ਕਾਲੀ ਲਾਹੌਰ ਵੱਲ ਪਲਾਨ ਕਰ ਗਿਆ। ਕੁਝ ਦਿਨ ਮਗਰੋਂ ਅਫਗਾਨ ਫੌਜ ਲਾਹੌਰ ਸ਼ਹਿਰ ਖਾਲੀ ਕਰ ਗਈ ਤੇ ਪੂਰੀ ਤਰ੍ਹਾਂ ਰਾਵੀ ਤੋਂ ਪਾਰ ਹੋ ਕੇ ਪਿੱਛੇ ਹਟ ਗਈ।
ਰਘੂਨਾਥ ਰਾਏ ਲਾਹੌਰ ਸ਼ਹਿਰ ਵਿੱਚ ਅਪ੍ਰੈਲ 1758 ਈਸਵੀ ਨੂੰ ਦਾਖਲ ਹੋਇਆ। ਅਦੀਨਾ ਬੇਗ ਨੇ ਸ਼ਾਲਾਮਾਰ ਬਾਗ ਵਿੱਚ ਉਹਨਾਂ ਦੇ ਸਵਾਗਤ ਵਿੱਚ ਉਤਸਵ ਮਨਾਇਆ। ਨਾਚ ਮਸਤੀਆਂ ਹੋਈਆਂ ਤੇ ਲਾਹੌਰ ਸ਼ਹਿਰ 'ਚ ਦੀਪਮਾਲਾ ਕੀਤੀ ਗਈ। ਲਾਹੌਰ ਵਿੱਚ ਜਦੋਂ ਇਹ ਜਸ਼ਨ ਮਨਾਏ ਹੀ ਜਾ ਰਹੇ ਸਨ ਤਾਂ ਸਿੱਖ ਤੇ ਮਰਾਠਾ ਘੋੜਸਵਾਰ ਅਫਗਾਨਾਂ ਨੇ ਸ਼ਹਿਜ਼ਾਦੇ ਤੇ ਉਸ ਦੇ ਸੈਨਾਪਤੀ ਦਾ ਪਿੱਛਾ ਕੀਤਾ। ਤੈਮੂਰ ਤੇ ਜਹਾਨ ਖਾਨ ਮਸਾਂ ਹੀ ਵਜ਼ੀਰਾਬਾਦ ਨੇੜਿਓਂ ਚਨਾਬ ਪਾਰ ਕਰਕੇ ਆਪਣੀਆਂ ਜਾਨਾਂ ਬਚਾ ਸਕੇ। ਉਹਨਾਂ ਦੀ ਪਿਛਲੀ ਵਹੀਰ ਤੇ ਸਮਾਨ ਲੁੱਟ ਕੇ ਵਾਪਸ ਲਾਹੌਰ ਲਿਆਂਦਾ ਗਿਆ। ਸਿੱਖ ਅਫਗਾਨ ਕੈਦੀਆਂ ਨੂੰ ਅੰਮ੍ਰਿਤਸਰ ਲੈ ਗਏ ਤੇ ਉਹਨਾਂ ਤੋਂ ਹਰਮੰਦਰ ਦੀ ਪਰਿਕਰਮਾ ਤੇ ਪਵਿੱਤਰ ਸਰੋਵਰ ਸਾਫ਼ ਕਰਵਾਇਆ। ਮਰਹੱਠੇ ਕਈ ਕਰੋੜ ਰੁਪਏ ਦੀ ਦੌਲਤ ਨਾਲ ਮਾਲਾਮਾਲ ਹੋ ਕੇ ਦਿੱਲੀ ਪਰਤ ਗਏ। ਅਦੀਨਾ ਬੇਗ ਨੂੰ ਉਹ ਕੁਝ ਮਿਲ ਗਿਆ ਜਿਸ ਦਾ ਉਹ ਚਾਹਵਾਨ ਸੀ। ਉਸ ਨੂੰ ਮਰਹੱਠਿਆਂ ਤੋਂ ਸਾਲਾਨਾ 75 ਲੱਖ ਰੁਪਏ ਕਰ ਦੇਣ ਦੇ ਬਦਲੇ ਪੰਜਾਬ ਦੀ ਸੂਬੇਦਾਰੀ ਮਿਲ ਗਈ। ਕਾਗਜ਼ਾਂ ਵਿੱਚ ਪੰਜਾਬ ਦੇ 3 ਸਵਾਮੀ ਸਨ, ਮੁਗਲ, ਅਫਗਾਨ ਤੇ ਮਰਾਠੇ। ਅਸਲ ਵਿੱਚ ਇਹਦੇ 2 ਹੀ ਮਾਲਕ ਸਨ, ਸਿੱਖ ਅਤੇ ਅਦੀਨਾ ਬੇਗ। ਤੇ ਇਹਨਾਂ ਦੋਹਾਂ ਵਿੱਚ ਹਰ ਇੱਕ ਦੂਸਰੇ ਨੂੰ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਦਾ ਅਸਲੀ ਮਾਲਕ ਉਹ ਹੈ ਤੇ ਦੂਸਰਾ ਤਾਂ ਉਸ ਦਾ ਰਾਹਕ ਜਾਂ ਲਗਾਨਦਾਰ। ਸਿੱਖਾਂ ਨੂੰ ਅਜਿਹਾ ਸਮਝਣ ਦਾ ਹੱਕ ਸੀ ਕਿਉਂਕਿ ਉਸਨੇ ਸਿੱਖਾਂ ਤੋਂ ਸੁਰੱਖਿਆ ਮੰਗੀ ਸੀ ਤੇ ਉਸਨੇ ਉਹਨਾਂ ਨੂੰ ਰਾਖੀ ਕਰ ਵੀ ਦਿੱਤਾ ਸੀ। ਪਰੰਤੂ ਅਦੀਨਾ ਬੇਗ ਦਾ ਕੋਈ ਭਰੋਸਾ ਨਹੀਂ ਸੀ। ਉਸਨੇ ਬਹੁਤ ਸਾਰੇ ਸਿਪਾਹੀ ਭਰਤੀ ਕਰ ਲਏ ਤੇ 1000 ਲੱਕੜਹਾਰਿਆਂ ਨੂੰ ਜੰਗਲ ਕੱਟਣ ਤੇ ਲਾ ਦਿੱਤਾ ਜਿੱਥੇ ਸਿੱਖ ਭੀੜ ਪੈਣ ਤੇ ਲੁਕਿਆ ਕਰਦੇ ਸਨ। ਫਿਰ ਉਸਨੇ ਸਿੱਖਾਂ ਦੇ ਕਿਲੇ ਰਾਮ ਰੌਣੀ ਨੂੰ ਘੇਰਾ ਪਾ ਲਿਆ ਜਿਸ ਦਾ ਮਗਰੋਂ ਨਾਮ ਰਾਮਗੜ੍ਹ ਰੱਖਿਆ ਗਿਆ। ਸਿੱਖ ਅਦੀਨਾ ਬੇਗ ਦੇ ਉਲਟੇ ਪੈਂਤੜੇ ਤੋਂ ਹੈਰਾਨ ਰਹਿ ਗਏ, ਪਰੰਤੂ ਉਹ ਵੀ ਉਸ ਦੀ ਚਾਲ ਸਮਝ ਗਏ ਤੇ ਫਿਰ ਉਹਨਾਂ ਨੇ ਉਸ ਨੂੰ ਕਦੇ ਸੁੱਖ ਦਾ ਸਾਹ ਨਾ ਲੈਣ ਦਿੱਤਾ। ਪਹਿਲਾਂ ਉਹਨਾਂ ਨੇ ਰੰਧਾਵਿਆਂ ਤੇ ਜੰਡਿਆਲਾ ਦੇ ਨਿਰੰਜਨੀਆਂ ਨੂੰ ਸਜ਼ਾ ਦਿੱਤੀ ਜਿਨ੍ਹਾਂ ਨੇ ਅਦੀਨਾ ਬੇਗ ਦੀ ਹਮਾਇਤ ਕੀਤੀ ਸੀ ਤੇ ਫਿਰ ਉਹ ਅਦੀਨਾ ਬੇਗ ਵੱਲ ਮੁੜੇ। ਪਰ ਪਾਰੇ ਵਾਂਗ ਚੰਚਲ ਤੇ ਅਸਥਿਰ ਅਦੀਨਾ ਬੇਗ ਸਿੱਖਾਂ ਵੱਲੋਂ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਹੀ ਸਤੰਬਰ 1758 ਵਿੱਚ ਸੂਲ ਦੀ ਬਿਮਾਰੀ ਨਾਲ ਮਰ ਗਿਆ। ਅਜੇ ਵੀ ਪੰਜਾਬ ਦੇ 3 ਦਾਅਵੇਦਾਰ ਸਨ, ਪਰੰਤੂ ਇਸ ਦੇ ਮਾਲਕ ਤਾਂ ਇਕੱਲੇ ਸਿੱਖ ਹੀ ਸਨ। ਅਦੀਨਾ ਬੇਗ ਦੀ ਮੌਤ ਤੋਂ 1.5 ਮਹੀਨਾ ਪਿੱਛੋਂ ਸਰਬੱਤ ਖਾਲਸਾ ਨੇ ਦੀਵਾਲੀ ਮੌਕੇ ਸਥਿਤੀ ਤੇ ਪੁਨਰ ਵਿਚਾਰ ਕੀਤੀ। ਮੁਗਲਾਂ, ਅਫਗਾਨਾਂ, ਮਰਾਠਿਆਂ ਤੇ ਅਦੀਨਾ ਬੇਗ ਖਾਨ ਦੇ ਨਾਮਜ਼ਦ ਵਾਰਿਸ ਨੇ ਪੰਜਾਬ ਤੇ ਆਪੋ ਆਪਣਾ ਹੱਕ ਜਤਾਇਆ। ਸਰਬੱਤ ਖਾਲਸਾ ਸਾਹਮਣੇ 2 ਸਵਾਲ ਆਏ ਕਿ ਉਹਨਾਂ ਨੂੰ ਲਾਹੌਰ ਤੇ ਅਧਿਕਾਰ ਕਰਨਾ ਚਾਹੀਦਾ ਜਾਂ ਨਹੀਂ, ਤੇ ਜੇ ਉਹਨਾਂ ਨੇ ਐਸਾ ਕੀਤਾ ਤਾਂ ਕੀ ਉਹ ਇਤਨੇ ਸ਼ਕਤੀਸ਼ਾਲੀ ਹਨ ਕਿ ਮਰਾਠਿਆਂ ਜਾਂ ਅਫਗਾਨਾਂ ਨੂੰ ਹਾਰ ਦੇ ਸਕਣਗੇ ਜਾਂ ਦੋਵਾਂ ਨੂੰ ਹੀ ਹਰਾ ਸਕਣਗੇ। ਇੱਕ ਵੱਡੀ ਮਰਾਠਾ ਫੌਜ ਅੱਗੇ ਹੀ ਦਿੱਲੀ ਤੋਂ ਪੰਜਾਬ ਵੱਲ ਤੁਰ ਪਈ ਸੀ। ਅਫਗਾਨਾਂ ਨੇ ਵੀ ਪੰਜਾਬ ਉੱਪਰ ਅਧਿਕਾਰ ਕਰ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਛੇਤੀ ਦੇਣੇ ਉਸ ਮੁਲਕ ਨੂੰ ਤਿਆਗਣ ਲਈ ਤਿਆਰ ਨਹੀਂ ਹੋਣਗੇ ਜਿਸ ਨੂੰ ਉਹ ਆਪਣੇ ਸਾਮਰਾਜ ਦਾ ਹਿੱਸਾ ਸਮਝਦੇ ਸਨ। ਸਭ ਦਾ ਇੱਕੋ ਮਤ ਸੀ ਕਿ ਲਾਹੌਰ ਉੱਪਰ ਕਬਜ਼ਾ ਪੰਜਾਬ ਦੀ ਮਾਲਕੀ ਦਾ ਹਕੀਕੀ ਨਹੀਂ ਸੰਕੇਤਕ ਪ੍ਰਮਾਣ ਸੀ, ਪਰੰਤੂ ਉਹਨਾਂ ਨੇ ਬਾਕੀ ਦੇ ਪ੍ਰਾਂਤ ਉੱਪਰ ਜਿਤਨੇ ਉਹ ਵੱਧ ਤੋਂ ਵੱਧ ਕਾਬਜ਼ ਹੋ ਸਕਦੇ ਸਨ ਕਬਜ਼ਾ ਕਰ ਲੈਣ ਦਾ ਮਤਾ ਪਾਸ ਕਰ ਲਿਆ। ਮਾਰਚ 1759 ਵਿੱਚ ਮਰਹੱਟੇ ਦੁਬਾਰਾ ਪੰਜਾਬ ਵਿੱਚ ਦਾਖਲ ਹੋਏ। ਮਾਲਵਾ ਵੱਲੋਂ ਉਹ ਹੌਲੀ-ਹੌਲੀ ਤੇ ਸਾਵਧਾਨੀ ਨਾਲ ਅੱਗੇ ਵਧੇ ਕਿਉਂਕਿ ਉਹਨਾਂ ਨੂੰ ਸਿੱਖਾਂ ਦੀ ਪ੍ਰਤੀਕਿਰਿਆ ਦਾ ਯਕੀਨ ਨਹੀਂ ਸੀ। ਸਿੱਖਾਂ ਨੇ ਉਹਨਾਂ ਨੂੰ ਨਾ ਰੋਕਿਆ ਤੇ ਸਵਾਜ਼ੀ ਸਿੰਧੀਆਂ ਨੂੰ ਲਾਹੌਰ ਤੇ ਕਾਬਜ਼ ਹੋਣ ਦਿੱਤਾ। ਉੱਤਰ ਵੱਲੋਂ ਜਰਨੈਲ ਜਹਾਨ ਖਾਨ ਸਿੰਧ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋਇਆ। ਸਭਾ ਜੀ ਨੇ ਸਿੱਖਾਂ ਤੋਂ ਸਹਾਇਤਾ ਮੰਗੀ। ਸਿੱਖਾਂ ਤੋਂ ਮਰਾਠਿਆਂ ਦੀਆਂ ਸਾਂਝੀਆਂ ਫੌਜਾਂ ਨੇ ਅਫਗਾਨਾਂ ਨੂੰ ਹਾਰ ਦਿੱਤੀ ਤੇ ਉਹਨਾਂ ਨੂੰ ਹਫੜਾ ਦਫੜੀ ਪਾ ਕੇ ਆਪਣੇ ਵਤਨ ਜਾਣ ਲਈ ਮਜਬੂਰ ਕਰ ਦਿੱਤਾ। ਬਾਕੀ ਇਸੇ ਕਾਂਡ 8 ਅਹਿਮਦ ਸ਼ਾਹ ਅਬਦਾਲੀ ਤੇ ਸਿੱਖ ਦੇ ਅਗਲੇ ਹਿੱਸੇ ਵਿੱਚ। ਧੰਨਵਾਦ।